जय गुरुदेव, जय भीम, जय वाल्मीकि। मैं रमेश कलेर लैके आ रहा हाँ कौम की सोच आपदे रूबरू हो रहा हाँ। तो आओ सतगुरु दास महाराज का ओट आसरा लैके प्रोग्राम की शुरुआत करते हाँ। साडा मकसद किसी दियां भावना नूं ठेस पहुँचाउणा नहीं, साडा मकसद है समाज में हो रही गतिविधियों नूं तुहाडे तक पहुँचाउणा। जो भारत देश की धरती दे विच अजकल वापर रहा है उसके बारे असीं गलबात करांगे। उस तो पहला मैं एक गल जरूर करता जावां कि मनोज कुमार प्रवग्गा एंड फैमिली इटली तरबीजो तो उन्होंने साढ़े 2 प्रोग्राम जोड़े आ सानू उन्होंने सहायता भेजी है, मदद भेजी है। असी मनोज कुमार प्रवग्गा जी का उन्होंने फैमिली का बहुत बहुत धन्यवाद करते हाँ, जिन्होंने साढ़े पहले अकाउंट के जो साडा नवा अकाउंट खुला ही है उस 2 प्रोग्रामों के पैसे पाए आ। असी उन्होंने परिवार का बहुत बहुत धन्यवाद करते हाँ और सतगुरु दास महाराज के चरणों च यही अरदास करते हाँ इस परिवार को चढ़ती कला में रखण अते परिवार अगे बढ़ता रहे और अपने मिशन के नाल जुड़े रहन। आओ असी पंजाब की गल करांगे। जो लवली यूनीवर्सिटी के विच 3-4 दिन तो जो मुद्दा चल रहा सी, जिथे जरनैल नंगल होना ने मरण वर्त रखा सी, भुख हंगर स्ट्राइक की सी ते वो की सी पोस्ट मैट्रिक ग्रैजुएशन के उत्ते की सी स्कॉलरशिप के उत्ते ते वो जिहड़ी आ तुहानूं असीं पहला न्यूज़ दिखाते हैं, उस तो बाद असीं फिर अगे गल करांगे जी तुहाडे नाल। जय गुरुदेव, जय भीम। आजाद टीवी देख रहे सारे दर्शकों का स्वागत है। मैं रूप लैके हाजिर हाँ जी खास खबर। पोस्ट मैट्रिक स्कॉलरशिप स्कीम अधीन आउंदे विद्यार्थियों नूं उन्हां दे बनदे हक दिवाउण लई मन वरते बैठे जरनैल नंगल दे हक च आए श्री गुरु रविदास साधु संप्रदाय सोसायटी पंजाब के प्रधान संत कुलवंत राम परोमजारा ने नंगल का हर तरह नाल सहयोग देने का भरोसा दिता है। पोस्ट मैट्रिक स्कॉलरशिप स्कीम ਨੂੰ पूर्ण तौर ਤੇ लागू ਕਰਵਾਉਣ ਅਤੇ ਲਵਲੀ ਯੂਨੀਵਰਸਿਟੀ ਵਿੱਚ ਇਸ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਨੂੰ ਦਾਖਲਾ ਦਿਵਾਉਣ ਲਈ ਫਗਵਾੜਾ ਵਿਖੇ ਮੰਨ ਵਰਤਦੇ ਬੈਠੇ ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ ਦੇ ਹੱਕ ਵਿੱਚ ਅੱਜ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਵੀ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜਰਨੈਲ ਨੰਗਲ ਵੱਲੋਂ ਸਾਡੇ ਸਮਾਜ ਲਈ ਇਹ ਜੋ ਲੜਾਈ ਲੜੀ ਜਾ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਸਾਰੇ ਸਮਾਜ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਇਸ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਵੀ ਹਰ ਕਦਮ ਤੇ ਜਰਨੈਲ ਨੰਗਲ ਦੇ ਨਾਲ ਹੈ। ਇਹ ਬਹੁਤ ਵਧੀਆ ਸਾਡੇ ਨੌਜਵਾਨਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ, ਇਹ ਆਪਣੇ ਲਈ ਨਹੀਂ ਕਰ ਰਿਹਾ, ਇਹ ਸਾਡੇ ਸਮਾਜ ਦੇ ਬੱਚਿਆਂ ਲਈ ਕਰ ਰਿਹਾ। ਜੋ ਇੱਥੇ ਅੱਗੇ ਸਮਾਜ ਜਿਸ ਸਮਾਜ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਹੋਣ, ਨਸ਼ੇ ਤੋਂ ਮੁਕਤ ਹੋਣ, ਉਹ ਸਮਾਜ ਹਮੇਸ਼ਾ ਤਰੱਕੀ ਤੇ ਰਾਹ ਉੱਤੇ ਚੱਲਦਾ ਹੈ। ਸਾਡਾ ਸਮਾਜ ਤਾਂ ਪਹਿਲੇ ਹੀ ਬਹੁਤ ਹੀ ਡਾਊਨ ਆ। ਜੇ ਅੱਜ ਸਰਕਾਰਾਂ ਨੇ ਇਸ ਪੋਸਟ ਸਕਾਲਰਸ਼ਿਪ ਬੰਦ ਕਰਕੇ ਸਾਡੇ ਜਿਹੜਾ ਸਮਾਜ ਦਾ ਬੱਚਿਆਂ ਦਾ ਭਵਿੱਖ ਆ ਉਹ ਬਹੁਤ ਧੁੰਦਲਾ ਕਰ ਰਹੇ ਆ। ਅਸੀਂ ਜਦੋਂ ਇਹ ਸਰਕਾਰਾਂ ਨੇ ਕੀਤਾ ਸੀ ਉਸ ਵੇਲੇ ਵੀ ਅਸੀਂ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ ਵਿੱਚ ਸਰਕਾਰਾਂ ਨੂੰ ਮੰਗ ਪੱਤਰ ਦਿੱਤੇ ਗਏ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗ੍ਰਹਿ ਮੰਤਰੀ, ਪੰਜਾਬ ਸਰਕਾਰ ਨੂੰ ਵੀ ਕੀਤੇ ਸੀਗੇ ਕਿ ਤੁਸੀਂ ਇਹ ਜਿਹੜਾ ਬੱਚਿਆਂ ਦਾ ਭਵਿੱਖ ਖਰਾਬ ਨਾ ਕਰੋ, ਸਾਡੀ ਜਿਹੜੀ ਪੋਸਟ ਮੈਟਰਿਕ ਸਕਾਲਰਸ਼ਿਪ ਆ ਇਹਨੂੰ ਲਾਗੂ ਕੀਤਾ ਜਾਵੇ। ਸੰਤ ਸਮਾਜ ਨੇ ਬਹੁਤ ਹੀ ਵੱਡੇ ਤੌਰ ਤੇ ਇਹਦਾ ਵਿਰੋਧ ਕੀਤਾ ਸਰਕਾਰਾਂ ਦਾ, ਪਰ ਅੱਜ ਸਾਡੇ ਨੌਜਵਾਨ ਕਰ ਰਹੇ ਆ। ਸਾਨੂੰ ਮਾਣ ਆ ਕਿ ਸਾਡੇ ਨੌਜਵਾਨ ਸਾਡੇ ਸਮਾਜ ਦੇ ਲਈ। ਅਸੀਂ ਸਰਕਾਰਾਂ ਦੀ ਨਹੀਂ ਕਰਦੇ, ਅਸੀਂ ਤਾਂ ਇਹ ਕਰਦੇ ਆ, ਅਸੀਂ ਸਮਾਜ ਦੀ ਗੱਲ ਕਰਦੇ ਆ। ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ, ਅਸੀਂ ਸਮਾਜ ਤੌਰ ਤੇ ਆਏ ਆ, ਸਮਾਜਿਕ ਤੌਰ ਤੇ ਆਏ ਆ। ਅਸੀਂ ਸਾਡਾ ਸਮਾਜ ਜੇ ਸਾਡੇ ਸਮਾਜ ਦੇ ਲਈ ਕੋਈ ਮਰਨ ਵਰਤੇ ਮਤਲਬ ਬੈਠਦਾ ਆ, ਸਾਨੂੰ ਸਮਾਜ ਵਾਲਿਆਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ। ਉਹਨਾਂ ਦੇ ਧਰਨੇ ਦੇ ਵਿੱਚ ਉਹਨਾਂ ਦਾ ਬਰਾਬਰ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਕੋਲ ਬੈਠਣਾ ਚਾਹੀਦਾ। ਪਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਮਤਲਬ ਪਹੁੰਚਣਾ ਚਾਹੀਦਾ। ਇਹ ਕਿਸੇ ਪਾਰਟੀ ਦੀ ਗੱਲ ਨਹੀਂ, ਇਹ ਸਾਰੇ ਸਮਾਜ ਦੀ ਗੱਲ ਆ। ਸਾਰਿਆਂ ਨੂੰ ਪਹੁੰਚਣਾ ਚਾਹੀਦਾ, ਚਾਹੇ ਕਿਸੇ ਦੇ ਕੋਈ ਤਕੜਾ ਘਰ ਦੇ ਵਿੱਚ ਹੋਵੇ, ਚਾਹੇ ਗਰੀਬ ਹੋਵੇ। ਸਾਰਿਆਂ ਨੂੰ ਬੱਚਿਆਂ ਦਾ ਜਿਹੜਾ ਭਵਿੱਖ ਆ, ਜੇ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ, ਡਾਕਟਰ ਬਾਬਾ ਸਾਹਿਬ ਜੀ ਨੇ ਬੱਚਿਆਂ ਦੇ ਭਵਿੱਖ ਦੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾਗਾ ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਉਹਨਾਂ ਨੇ ਵੀ ਵਿਦਿਆ ਦੀ ਗੱਲ ਕੀਤੀ ਆ। ਡਾਕਟਰ ਬਾਬਾ ਸਾਹਿਬ ਨੇ ਕਿਹਾਗਾ ਪੜ੍ਹੋ ਜੁੜੋ ਸੰਘਰਸ਼ ਕਰੋ, ਉਹਨਾਂ ਨੇ ਵੀ ਪੜ੍ਹਾਈ ਦੀ ਗੱਲ ਕੀਤੀ ਆ। ਜੇ ਅੱਜ ਕੋਈ ਤਕੜੇ ਘਰਾਂ ਦੇ ਵਿੱਚ ਬੈਠੇ ਆ, ਕੋਈ ਚੰਗੇ ਗੈਜਟਡ ਅਫਸਰ ਬੈਠੇ ਆ, ਉਹ ਡਾਕਟਰ ਬਾਬਾ ਸਾਹਿਬ ਦੀ ਬਦੌਲਤ ਉਹਨਾਂ ਦੀ ਸੋਚ ਦੇ ਆਧਾਰ ਦੇ ਉੱਤੇ ਇਹ ਕੁਰਸੀਆਂ 'ਤੇ ਬੈਠੇ ਆ। ਪਰ ਉਹਨਾਂ ਨੂੰ ਇਹ ਆਪਣੀ ਸੋਚ ਛੱਡ ਕੇ ਜਿਹੜਾ ਸਮਾਜ ਆ ਉਹਦੇ ਨਾਲ ਬੈਠਣਾ ਚਾਹੀਦਾ, ਉਹਦੇ ਨਾਲ ਜੁੜਨਾ ਚਾਹੀਦਾ। ਨਹੀਂ ਮੰਨਣਗੇ ਤਾਂ ਅਸੀਂ ਮਤਲਬ ਸਮਾਜ ਦੇ ਲਈ ਮਤਲਬ ਜੋ ਵੀ ਇਹ ਮੁੰਡੇ ਮਤਲਬ ਰੋਸ ਮੁਜ਼ਾਹਰਾ ਕਰਨਗੇ, ਚਾਹੇ ਰੋਡ ਦੇ ਉੱਤੇ ਬੈਠਣਗੇ, ਸੰਤ ਸਮਾਜ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਇਹਨਾਂ ਪੂਰਾ ਸਮਰਥਨ ਦੇਵਾਂਗੇ। ਅਸੀਂ ਇਹਨਾਂ ਦੇ ਬਰਾਬਰ ਆ ਕੇ ਬੈਠਾਂਗੇ। ਤਾਂ ਸਰਕਾਰਾਂ ਨੂੰ ਅਸੀਂ ਦੱਸ ਦੇਵਾਂਗੇ ਕਿ ਇੱਕ ਗਰੀਬ ਦੇ ਨਾਲ ਮਤਲਬ ਮਤਰੇਈ ਮਾਲ ਕਿੱਦਾਂ ਵਿਤਕਰਾ ਕੀਤਾ ਜਾਂਦਾ ਆ।
ਅੱਜ ਹੋਰ ਜਿੰਨੇ ਹੁਣ ਤੁਸੀਂ ਇੱਕ ਨਿਊਜ਼ ਸੁਣੀ ਆ ਤੇ ਮੇਰੇ ਨਾਲ ਮੇਰੇ ਸਾਥੀ ਰਵਿੰਦਰ ਚੌਹਾਨ ਜੀ, ਜੈ ਗੁਰਦੇਵ, ਜੈ ਭੀਮ, ਤੇ ਉਹਨਾਂ ਦੇ ਨਾਲ ਸਾਡੇ ਡਾਕਟਰ ਸ਼੍ਰੀਕਾਂਤ ਬੋਰਕਰ ਜੀ, ਜੈ ਗੁਰਦੇਵ, ਜੈ ਭੀਮ। ਤੇ ਅੱਜ ਜੋ ਨਿਊਜ਼ ਆ ਤੁਸੀਂ ਸੁਣੀ ਆ ਕਿ ਜੋ ਪੰਜਾਬ ਦੀ ਧਰਤੀ ਫਗਵਾੜਾ ਦੇ ਵਿੱਚ ਹੋਇਆ, ਜੋ ਮਰਨ ਵਰਤ ਰੱਖਿਆ ਗਿਆ ਸੀ ਜਰਨੈਲ ਨੰਗਲ ਵੱਲੋਂ, ਉਹਦੀ ਸਪੋਰਟ ਦੇ ਵਿੱਚ ਸਾਧੂ ਸਮਾਜ, ਸਾਧੂ ਸੰਪਰਦਾਇਕ ਸੋਸਾਇਟੀ ਦੇ ਪ੍ਰਧਾਨ 108 ਸੰਤ ਕੁਲਵੰਤ ਰਾਮ ਭਰੋ ਮਜਾਰਾ ਜੀ ਆਏ। ਉਹਨਾਂ ਨੇ, ਮੈਂ ਇਹ ਗੱਲ ਕਹੂੰਗਾ ਕਿ ਅੱਜ ਸਾਧੂ ਸਮਾਜ ਦੇ ਵਿੱਚ ਜਾਗਰਤੀ ਆ ਗਈ ਤੇ ਤਦੇ ਹੀ ਜਿਹੜੀਆਂ ਸਾਡੀਆਂ ਗੱਲਾਂ ਅੱਜ ਹੋਣ ਲੱਗ ਪਈਆਂ ਦਾ ਰਾਹੇ ਦਰਬਾਰੇ, ਜਿੱਥੇ ਜਿੱਥੇ ਵੀ ਸਾਡੀ ਗੱਲ ਨਹੀਂ ਪਹੁੰਚਦੀ ਸੀ, ਅੱਜ ਇਹ ਸਾਡਾ ਸਾਧੂ ਸਮਾਜ ਉੱਠਿਆ ਹੈ ਤੇ ਉਹ ਆਪਣੇ ਸਮਾਜ ਨੂੰ ਨਾਲ ਲੈ ਕੇ ਉੱਠਿਆ ਤੇ ਸਾਨੂੰ ਜ਼ਰੂਰ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਤੇ ਮੈਂ ਰਵਿੰਦਰ ਚੌਹਾਨ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੋ ਅੱਜ ਦੀ ਨਿਊਜ਼ ਸੁਣੀ ਆ? ਸਭ ਤੋਂ ਪਹਿਲਾਂ ਤਾਂ ਆਜ਼ਾਦ ਟੀਵੀ ਨੂੰ ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਜੈ ਭਾਰਤ। ਅਸੀਂ ਹਮੇਸ਼ਾ ਦੀ ਤਰ੍ਹਾਂ ਜੋ ਵੀ ਗਤੀਵਿਧੀਆਂ ਇੰਡੀਆ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ, ਕਿਸੇ ਵੀ ਸਮਾਜ ਦੇ ਵਿੱਚ ਕੋਈ ਵੀ ਵਧੀਕੀਆਂ ਆਉਂਦੀਆਂ ਜੀ, ਅਸੀਂ ਤੁਹਾਡੇ ਭੈਣਾਂ ਭਰਾਵਾਂ ਦੇ ਨਾਲ ਹਮੇਸ਼ਾ ਸ਼ੇਅਰ ਕਰਦੇ ਹਾਂ। ਤੁਸੀਂ ਪਿਛਲੇ ਹਫ਼ਤੇ ਵੀ ਦੇਖਿਆ ਵੀ ਕਿਸ ਤਰ੍ਹਾਂ ਅਸੀਂ ਦਿੱਲੀ, ਸਾਡੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਬਾਰੇ ਜੋ ਵੀ ਇਹ ਸਰਕਾਰਾਂ ਨੇ ਘਿਨਾਉਣੀਆਂ ਇਹ ਹਰਕਤਾਂ ਕੀਤੀਆਂ, ਉਹਦੇ ਬਾਰੇ ਵੀ ਅਸੀਂ ਪੁਰ ਅਮਨ ਆਵਾਜ਼ ਉਠਾਈ। ਉਹਦੇ ਵਿੱਚ ਸਾਰਾ ਹੀ ਸੰਤ ਸਮਾਜ ਬਿਲਕੁਲ ਇਕੱਠੇ ਹੋ ਕੇ ਖੜੇ ਹੋਏ ਤਾਂ ਕਿ ਪ੍ਰੈਸ਼ਰ ਪੈ ਰਿਹਾ ਵੀ ਇੱਦਾਂ ਦੀਆਂ ਗੱਲਾਂ ਨਹੀਂ ਹੋਣੀਆਂ। ਉਹ ਹਲੇ ਗੱਲ ਖਤਮ ਨਹੀਂ ਹੋਈ, ਇੱਕ ਜਿਹੜਾ ਇਸ਼ੂ ਹੋਰ ਸ਼ੁਰੂ ਹੋ ਗਿਆ ਜੀ, ਕਿਉਂਕਿ ਜਿਹਦੇ ਬਾਰੇ, ਕਿਉਂਕਿ ਬਾਬਾ ਸਾਹਿਬ ਨੇ ਇਹ ਉਹਨਾਂ ਦੀ ਇੱਕ ਸੋਚ ਸੀ ਵੀ ਜਿਹੜੀ ਵੀ ਕਮਿਊਨਿਟੀ ਜਾਂ ਸਾਡਾ ਸਮਾਜ ਦੇ ਵਿੱਚ, ਕਿਉਂਕਿ ਉਹਨਾਂ ਨੂੰ ਉਸ ਲੈਵਲ 'ਤੇ ਉਹਨਾਂ ਦੀ ਕੋਸ਼ਿਸ਼ ਸੀ ਵੀ ਜੇ ਉਹ ਏਬਲ ਨਹੀਂ ਹੈ ਵੀ ਆਪਣੇ ਆਪ ਨੂੰ ਅੱਗੇ ਲਿਆਉਣ ਲਈ, ਉਹਨਾਂ ਨੂੰ ਇਹ ਸਕੋਲਰਸ਼ਿਪ ਸ਼ੁਰੂ ਕਰਾ ਕੇ ਤਾਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਅੱਗੇ ਜਾਣ। ਪਰ ਆਹ ਤੁਸੀਂ ਸੁਣਿਆ ਹੈਗਾ ਵੀ ਕਿ ਇੱਕ ਯੂਨੀਵਰਸਿਟੀ ਜਿਹੜੀ ਕਿ ਪਹਿਲਾਂ ਉਹਨਾਂ ਨੂੰ ਉਹ ਇਹ ਸਕੋਲਰਸ਼ਿਪ ਦਿੰਦੇ ਸੀ, ਆਲ ਆਫ ਸਡਨ ਉਹਨਾਂ ਨੇ ਬੰਦ ਕਰ ਦਿੱਤੀ। ਇਹਦੇ ਵਿੱਚ ਕੋਈ ਗੱਲ ਨਹੀਂ, ਪਤਾ ਹੈ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀ, ਵਾਅਦੇ ਕੀਤੇ ਸੀ ਵੀ ਜੇ ਅਸੀਂ ਬੰਦ ਕੀਤੀ, ਉਹ ਜਿਹੜਾ ਕਿ ਉੱਥੇ ਦੇ DM ਹੈ ਜਾਂ ਆਪਣੇ ਡਿਪਟੀ ਕਮਿਸ਼ਨਰ ਜਾਂ ਕੋਈ ਵੀ ਹੈ, ਉਹਨਾਂ ਸਾਰਿਆਂ ਦਾ ਪ੍ਰੈਸ਼ਰ ਉਹਨੇ ਕਿਹਾ ਵੀ ਅਸੀਂ ਇਹਨੂੰ ਸ਼ੁਰੂ ਕਰ ਦੇਵਾਂਗੇ, ਪਰ ਉਹ ਗੱਲ ਬਣੀ ਨਹੀਂ। ਉਸ ਤੋਂ ਬਾਅਦ ਜਰਨੈਲ ਨੰਗਲ ਨੂੰ ਇੱਕ ਭੁੱਖ ਹੜਤਾਲ, ਉਹ ਭੁੱਖ ਹੜਤਾਲ ਉਹਨਾਂ ਨੇ ਆਪਣੇ ਲਈ ਨਹੀਂ ਰੱਖੀ, ਉਹਨਾਂ ਨੇ ਸਾਰੇ ਆਪਣੇ ਭਾਈਚਾਰਿਆਂ ਨੂੰ, ਸਾਡੇ ਸਾਰੇ ਬੱਚਿਆਂ ਨੂੰ, ਸਾਡੀ ਕਮਿਊਨਿਟੀ ਨੂੰ ਉਹ ਇੱਕ ਰੱਖੀ ਕਿ ਜੇ ਇਹ ਰੀਇਨਸਟੇਟ ਨਹੀਂ ਹੋਈ ਤੇ ਉਹ ਅਸੀਂ ਉਹਦੇ ਬਾਰੇ ਕੋਈ ਨਾ ਕੋਈ ਇੱਦਾਂ ਦੇ ਐਕਸ਼ਨ ਲਵਾਂਗੇ, ਰਲ ਮਿਲ ਕੇ ਪ੍ਰੈਸ਼ਰ ਪਾਵਾਂਗੇ। ਉਹਦੇ ਵਿੱਚ ਬੜੇ ਵਧੀਆ ਗੱਲ ਹੈ ਵੀ ਸੰਤ ਸਮਾਜ ਜਿਹੜਾ ਉਹ ਵੀ ਬੜੇ ਸੋਹਣੇ ਹੁੰਗਾਰੇ ਨਾਲ ਉਹ ਡਟ ਕੇ ਅੱਗੇ ਆਏ। ਇਸ ਕਰਕੇ ਅੱਜ ਸਾਨੂੰ ਲੋੜ ਹੈ, ਜਦੋਂ ਵੀ ਇੱਦਾਂ ਦੀ ਕੋਈ ਵੀ ਗੱਲ ਸਾਡੇ ਤੋਂ ਹੁੰਦੀ ਹੈ, ਸਾਨੂੰ ਪ੍ਰੈਸ਼ਰ ਪਾਉਣ ਦੀ ਲੋੜ ਹੈ। ਸਾਨੂੰ ਸਾਰੀ, ਜਿਸ ਤਰ੍ਹਾਂ ਅਸੀਂ ਪਿਛਲੇ ਹਫ਼ਤੇ ਵੀ ਬੇਨਤੀ ਕੀਤੀ ਸੀ, ਜੋ ਆਪਣੇ ਉੱਤੇ ਮੰਦਿਰ ਦੀ ਇਹ ਜਿਹੜੀ ਘਟਨਾ ਵਾਪਰੀ ਹੈ, ਵੀ ਸਾਰੇ ਮੈਮੋਰੈਂਡਮ ਦਿਓ। ਅੱਜ ਵੀ ਸਾਨੂੰ ਲੋੜ ਹੈ ਵੀ ਜੇ ਸਾਡੇ ਬੱਚੇ ਦੀ ਸਕੋਲਰਸ਼ਿਪ ਵੱਧ ਹੋਵੇ, ਸਾਰੇ ਇਕੱਠੇ ਹੋ ਕੇ ਇਹਦੇ ਤੇ ਕੰਮ ਕਰੀਏ, ਪ੍ਰੈਸ਼ਰ ਪਾਈਏ। ਇਹ ਕਿਸੇ ਇੱਕ ਲਈ ਨਹੀਂ। ਜੇ ਅਸੀਂ ਕਹੀਏ ਨਾ ਮੇਰਾ ਬੱਚਾ ਯੂਨੀਵਰਸਿਟੀ ਜਾਂਦਾ, ਸਾਡੇ ਸਾਰਿਆਂ ਦੇ ਬੱਚੇ ਜਾਂਦੇ ਹਨ। ਜੇ ਮੇਰਾ ਬੱਚਾ ਨਹੀਂ ਜਾਂਦਾ, ਸਾਡੀ ਜਿਹੜੀ ਰਿਸ਼ਤੇਦਾਰਾਂ ਦੇ ਬੱਚੇ ਜਾਂਦੇ ਹਨ। ਆਓ ਅਸੀਂ ਰਲ ਮਿਲ ਕੇ ਪ੍ਰੈਸ਼ਰ ਪਾਈਏ। ਸਰਕਾਰਾਂ ਉੱਦਾਂ ਗੱਲ ਸਾਡੀ ਸੁਣਦੀਆਂ ਨਹੀਂ। ਧੰਨਵਾਦ ਜੀ। ਤੇ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਕਿ ਇਹ ਜਿਹੜੀ ਨਿਊਜ਼ ਹੈ ਜਾਂ ਇਸ ਨੂੰ ਨਿਊਜ਼ ਨੂੰ ਕੱਲ ਪਰਸੋਂ ਤੋਂ ਅਸੀਂ ਚਲਾਇਆ, ਤੇ ਸਾਡੇ ਮਨੋਜ ਕੁਮਾਰ ਪ੍ਰਵੱਗਾ ਜੀ ਨੇ, ਜਿਹੜੇ ਪਰਿਵਾਰ ਨੇ, ਇਸੇ ਕਰਕੇ ਸਾਨੂੰ ਹੌਸਲਾ ਅਫਜ਼ਾਈ ਕੀਤੀ ਆ ਕਿ 2 ਹਫ਼ਤੇ ਦਾ ਪ੍ਰੋਗਰਾਮ ਜਿਹੜਾ ਉਹਨਾਂ ਨੇ ਸੇਵਾ ਸਾਡੇ ਲਈ ਭੇਜੀ ਆ, ਅਸੀਂ ਉਸ ਪਰਿਵਾਰ ਦਾ ਫਿਰ ਧੰਨਵਾਦ ਕਰਦੇ ਹਾਂ। ਡਾਕਟਰ ਜੀ, ਜਿਸ ਤਰ੍ਹਾਂ ਤੁਸੀਂ ਦੇਖਿਆ, ਪਹਿਲਾਂ ਜਿਹੜੇ ਸਭਾ ਸੁਸਾਇਟੀਆਂ ਜਾਂ ਗੁਰਦੁਆਰੇ ਜਾਂ ਮੰਦਿਰ ਸਾਡੇ ਅੱਗੇ ਆਇਆ ਕਰਦੇ ਸਨ ਆਪਣੀ ਕਮਿਊਨਿਟੀ ਦੇ ਲਈ, ਲੇਕਿਨ ਅੱਜ ਸਾਧੂ ਸਮਾਜ ਜਿਹੜਾ ਕੁੰਭਕਰਨ ਦੀ ਨੀਂਦੇ ਸੁੱਤਾ ਪਿਆ ਸੀ, ਅੱਜ ਉਸ ਦੇ ਵਿੱਚ ਵੀ ਜਾਗਰਤੀ ਆ ਗਈ ਆ। ਉਸ ਨੂੰ ਵੀ ਪਤਾ ਲੱਗ ਗਿਆ ਜੇ ਅਸੀਂ ਆਪਣੇ ਸਮਾਜ ਦੀ ਬਾਂਹ ਫੜ ਕੇ ਅੱਗੇ ਨਹੀਂ ਜਾਵਾਂਗੇ ਤੇ ਸਾਡਾ ਜਿਹੜਾ ਜੀਣਾ ਹਰਾਮ ਲੋਕ ਕਰ ਦੇਣਗੇ। ਅੱਜ ਸਾਧੂ ਸਮਾਜ ਜਿਹੜਾ ਆ ਉਹ ਸਰਮੋਰ ਬਣ ਕੇ ਅੱਗੇ ਆਇਆ ਹੈ। जी, की कहना चाहते हो? देखिए, सबसे पहले तो ये जो पोस्ट मैट्रिक स्कॉलरशिप जो है, ये हमारे समाज के लिए और सारे भारत के लिए इतनी अहम है, उसके बारे में बताना चाहूँगा कि ये जो पोस्ट मैट्रिक स्कॉलरशिप जो है, ये 11वीं 12वीं और बाद में ग्रेजुएशन और पोस्ट ग्रेजुएशन, ये जो पढ़ाई रहती है तो इस डिग्रीज़ के लिए ये दी जाती है। संपूर्ण भारत के सारे राज्य और यूनियन टेरिटरीज जो है, उन सारे इलाकों में ये हमारे SC विद्यार्थियों को दी जाती है जी। और ये स्कॉलरशिप देने का जो मसला है, ख़ास तौर पर मैं दर्शकों को बताना चाहूँगा कि जो हमारे संविधान का जो चौथा हिस्सा है, जिसमें कलम 36 से 51 तक जो डायरेक्टिव प्रिंसिपल्स ऑफ स्टेट पॉलिसी दिए हैं, उसके अंतर्गत जो एक प्रिंसिपल एजुकेशन के बारे में बताया गया है कि 14 से
कम उम्र वाले जितने भी बच्चे जी। हैं उनको सख्ती का कंपलसरी एजुकेशन दिया जाना चाहिए। जी। और जो उसके ऊपर है, तो जो दबे कुचले लोग हैं, जिन लोगों को कल तक पढ़ाई लिखाई का अधिकार नहीं था, जिनके पास में पैसे कम जी। हैं, जो सामाजिक और आर्थिक दृष्टिकोण से दबे कुचले जी। हैं, उन वर्गों के लिए खास तौर पर मिनिस्ट्री ऑफ सोशल जस्टिस और एम्पावरमेंट, जो सामाजिक न्याय और सशक्तिकरण का जो मंत्रालय है, जी। तो उनके अंतर्गत इस डायरेक्ट प्रिंसिपल के अनुसार स्कॉलरशिप जो लागू की गई, वो स्कॉलरशिप का ये मसला है। अगर बच्चे ये स्कॉलरशिप अवेल नहीं कर पाते तो वो पढ़ नहीं सकेंगे, सकते, ठीक। वो आगे नहीं जा सकेंगे। इसके लिए ये हमारे लिए बहुत ही जीवन मरण ਇਸੇ का ਕਰਕੇ प्रश्न है। ਸਾਡੇ ਸਮਾਜ ਦੇ ਲੀਡਰ ਜਿਹੜੇ ਆ, ਜੋ ਵੀ ਕੌਮੀਆਂ, Absolutely। ਉਹਨਾਂ उसके ਨੇ लिए- ਮਨਵੱਤ ਰੱਖਿਆ। ਮੈਂ ਤੇ ਇਸ ਦੇ ਨਾਲ ਨਾਲ ਮੈਂ ਗੱਲ ਜ਼ਰੂਰ ਕਰਦਾ ਜਾਵਾਂ ਕਿ 3-4 ਦਿਨ ਤੋਂ ਮੇਰੀ 108 ਸੰਤ ਸੰਤ ਕੁਲਵੰਤ ਰਾਮ ਭਰੋ ਮਜਾਰਾ ਜੀ ਨਾਲ ਗੱਲਬਾਤ ਚੱਲਦੀ ਸੀ ਤੇ ਆਪਣੇ ਜਰਨੈਲ ਨੰਗਲ ਜੀ ਨਾਲ ਵੀ ਗੱਲਬਾਤ ਚੱਲਦੀ ਸੀ। ਲੇਕਿਨ ਹੁਣੇ ਇੱਕ ਨਵੀਂ ਖਬਰ ਆਈ ਆ, ਨਿਊਜ਼ ਆਈ ਆ, ਉਹ ਵੀ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ। ਤੁਸੀਂ ਆਓ ਉਸ ਨਿਊਜ਼ ਨੂੰ ਸੁਣੋ ਤੇ ਉਸ ਤੋਂ ਬਾਅਦ ਅਸੀਂ ਲਾਈਵ ਕਾਲਾਂ ਸਾਡੀਆਂ ਓਪਨ ਹਨ 020363000610 ਤੋਂ ਤੁਸੀਂ ਲਾਈਵ ਕਾਲ ਕਰ ਸਕਦੇ ਹੋ ਜੀ। ਜਿੰਨੇ ਵੀ ਸਾਥੀ ਇੱਥੇ ਖੜੇ ਆ ਔਰ ਜਿੰਨੇ ਵੀ ਸਾਨੂੰ ਲਾਈਵ ਦੇਖ ਰਹੇ ਆ, ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਤਹਿ ਦਿਲੋਂ, ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਸਮੁੱਚੀ ਟੀਮ ਦੀ ਤਰਫੋਂ ਧੰਨਵਾਦ ਕਰਦਾ। ਜ਼ਿਆਦਾ ਲੰਬੀ ਗੱਲ ਨਹੀਂ ਕਰਨੀ, ਪਰ ਹੁਣ એનર્ਜੀ ਹੈਗੀ ਆ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਖਬਰ ਦੇਣ ਵਾਸਤੇ ਹੁਣ ਜਿਹੜਾ ਆ ਲਾਈਵ ਹੋਏ ਹਾਂ। ਸਾਥੀਓ, ਬਈ ਕਈ ਦਿਨਾਂ ਤੋਂ ਅੰਦੋਲਨ ਚੱਲਦਾ ਸੀ ਤੇ ਜਿਹੜੀਆਂ ਆਪਾਂ ਐਡਮਿਸ਼ਨਸ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਰੋਕੀਆਂ ਹੋਈਆਂ ਸੀ, ਅੱਜ ਦੁਪਹਿਰ ਤੱਕ ਉਹ ਸਾਰੀਆਂ ਤਕਰੀਬਨ ਪਹਿਲੀਆਂ ਐਡਮਿਸ਼ਨਸ ਹੋ ਗਈਆਂ ਸੀ। ਔਰ ਉਹਦੇ ਵਿੱਚੋਂ ਕੁਝ ਸਾਡੇ ਕੋਲ ਬੱਚੇ ਦੁਪਹਿਰੋਂ ਬਾਅਦ ਆਏ ਔਰ ਅਸੀਂ ਉਹਨਾਂ ਦੀਆਂ ਐਡਮਿਸ਼ਨਸ ਕਰਕੇ ਜਿਹੜਾ ਹੈਗਾ ਅੱਜ ਬੈਠੇ ਸੀ। ਤੇ ਹੁਣ ਇਹ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਹੈ, ਵਧਾਈ ਹੈ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ। ਜਿੰਨੇ ਵੀ ਤੁਸੀਂ ਇੱਧਰ ਉੱਧਰ ਸਾਨੂੰ ਸਹਿਯੋਗ ਕੀਤਾ, ਚਾਹੇ ਕਿਸੇ ਨੇ ਥੋੜ੍ਹੇ ਸਮੇਂ ਲਈ ਕੀਤਾ, ਚਾਹੇ ਜ਼ਿਆਦਾ ਸਮੇਂ ਲਈ ਕੀਤਾ, ਉਹਨਾਂ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਬੱਚਿਆਂ ਦਾ ਭਵਿੱਖ ਆ ਉਹ ਖਰਾਬ ਹੋਣ ਤੋਂ ਬਚ ਗਿਆ, ਬੱਚੇ ਅਨਪੜ੍ਹ ਹੋਣ ਤੋਂ ਬਚ ਗਏ ਆ। ਇਹ ਤੁਹਾਡੀ ਕਿਰਪਾ ਆ ਸਾਰਿਆਂ ਦੀ। ਅਸੀਂ ਇੱਕ ਜਰੀਆ ਸੀਗੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣ ਲਈ, ਲੇਕਿਨ ਸਪੋਰਟ ਤੁਹਾਡਾ ਸੀ। ਤੁਹਾਡੀ ਸਪੋਰਟ ਤੋਂ ਬਿਨਾਂ, ਤੁਹਾਡੇ ਸਹਿਯੋਗ ਤੋਂ ਬਿਨਾਂ ਅਸੀਂ ਕੁਝ ਨਹੀਂ ਸੀ ਕਰ ਸਕਦੇ। ਅੱਜ ਪ੍ਰਸ਼ਾਸਨ ਨੇ ਉਹ ਐਡਮਿਸ਼ਨਸ ਜਿਹੜੀਆਂ ਆਈਆਂ ਉਹ ਵੀ ਸਾਰੀਆਂ ਕਰਵਾਤੀਆਂ। ਜਿਹੜੀ ਐਡਮਿਸ਼ਨ ਕੁਝ ਬੱਚਿਆਂ ਦੀ ਹੁਣ ਰਹਿ ਗਈ ਸਿਰਫ ਹਨੇਰਾ ਆ, ਇਸ ਕਰਕੇ ਉਹ ਹੋ ਨਹੀਂ ਪਾਏਗੀ। ਸਵੇਰੇ ਪਹਿਲੇ ਟਾਈਮ ਹੀ ਉਹ ਵੀ ਐਡਮਿਸ਼ਨ ਜਿਹੜੀਆਂ ਹੋ ਜਾਣਗੀਆਂ। ਆਉਣ ਵਾਲੇ ਟਾਈਮ ਦੇ ਵਿੱਚ ਵੀ ਕਿਤੇ ਕੋਈ ਸਮੱਸਿਆ ਆਏਗੀ, ਉਹਦੇ ਵਾਸਤੇ ਵੀ ਜਿਹੜਾ ਆ ਉਹ ਪ੍ਰਸ਼ਾਸਨ ਆ ਉਹਨੇ ਸਾਨੂੰ ਭਰੋਸਾ ਦਿੱਤਾ ਵੀ ਆਉਣ ਵਾਲੇ ਟਾਈਮ 'ਚ ਕਿਸੇ ਦੀ ਵੀ ਐਡਮਿਸ਼ਨ ਦੇ ਉੱਤੇ ਕੋਈ ਮੁਸ਼ਕਲ ਪ੍ਰੋਬਲਮ ਨਹੀਂ ਆਏਗੀ। ਤਾਂ ਤੁਹਾਡਾ ਸਾਰੇ ਸਾਥੀਆਂ ਦਾ ਹਾਂਜੀ, ਉਹ ਤਾਂ ਐਡਮਿਸ਼ਨ ਦੀ ਜਦੋਂ ਤੱਕ ਡੇਟ ਖੁੱਲੀ 31 ਜੁਲਾਈ ਤੱਕ ਤਾਂ ਖੁੱਲੀ ਹੈ, ਬਾਕੀ ਜੇ ਐਕਸਟੈਂਡ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈਗਾ। ਇਹ ਜ਼ਰੂਰੀ ਨਹੀਂ, ਜਦੋਂ ਤੱਕ ਐਡਮਿਸ਼ਨ ਦੀਆਂ ਡੇਟ ਖੁੱਲੀਆਂ ਹੋਣਗੀਆਂ ਉਦੋਂ ਤੱਕ ਜਿਹੜਾ ਹੈਗਾ ਉਹ ਉਦੋਂ ਤੱਕ ਤੁਹਾਡਾ ਸਾਰੇ ਸਾਥੀਆਂ ਦਾ ਜਿਹੜਾ ਉਹ ਸਹਿਯੋਗ, ਉਹਦਾ ਧੰਨਵਾਦ। ਮੈਂ ਨਾਲੇ ਧੰਨਵਾਦ ਕਰ ਦੇਵਾਂ ਸਾਡੇ ਡਾਕਟਰ ਸਾਹਿਬਾਨ ਦੀ ਟੀਮ ਦਾ। ਡਾਕਟਰ ਸਾਹਿਬ ਗੁੱਸਾ ਨਾ ਕਰਿਓ, ਕਈ ਵਾਰੀ ਬੱਚੇ ਜਿਹੜੇ ਆ ਉਹ ਥੋੜ੍ਹਾ ਬਹੁਤਾ ਹਾਈਪਰ ਹੋ ਜਾਂਦੇ, ਕਾਰਨ ਚਲੋ ਸਾਡੇ ਨਾਲ ਪਿਆਰ ਤੇ ਜੇ ਕਿਸੇ ਨੇ ਕੋਈ ਮਾੜਾ ਮੋਟਾ ਗੁੱਸੇ 'ਚ ਮਾੜਾ ਮੋਟਾ ਕੋਈ ਤਿੱਖਾ ਲਫ਼ਜ਼ ਬੋਲਦਾ ਹੋਵੇ, ਉਹਦੇ ਵੱਲੋਂ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਵੀ ਜੇ ਕਿਸੇ ਨੇ ਕੋਈ ਮਾੜਾ ਮੋਟਾ ਕੋਈ ਸਾਡੇ ਸਾਥੀ ਨੇ ਕੋਈ ਤਿੱਖਾ ਲਫ਼ਜ਼ ਬੋਲ ਦਿੱਤਾ ਹੋਵੇ ਤਾਂ ਅਸੀਂ ਉਹਦੇ ਲਈ ਵੀ ਉਹਨਾਂ ਕੋਲੋਂ ਵੀ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ। ਬਾਕੀ ਤੁਹਾਡਾ ਸਾਰੀ ਤੁਸੀਂ ਜਰਨੈਲ ਨੰਗਲ ਜੀ ਨੂੰ ਸੁਣਿਆ ਕਿ ਜਿਹੜਾ ਜੋ ਵੀ ਉੱਥੇ ਰੱਖੀ ਸੀ, ਭੁੱਖ ਹੜਤਾਲ ਰੱਖੀ ਸੀ, ਮਰਨ ਵਰਤ ਰੱਖਿਆ ਸੀ, ਉਹ ਪ੍ਰਸ਼ਾਸਨ ਨੇ ਸਾਰੀਆਂ ਹੀ ਮੰਗਾਂ ਮੰਨ ਲਈਆਂ। ਕਿਉਂ ਮੰਨ ਲਈਆਂ? ਕੀ ਤਾਕਤ ਸੀ ਕਿ ਉਹ ਇੱਕ ਸਿਰਫ ਤੇ ਸਿਰਫ ਸਾਡੀ ਯੂਨਿਟੀ ਦੇਖ ਕੇ ਉਹ ਲੋਕ ਘਬਰਾ ਗਏ। ਤੇ ਕਿਸੇ ਨੇ ਲਿਖਿਆ, ਜੇ ਸ਼ੇਰਾਂ ਵਾਂਗੂ ਜਿਉਣਾ ਏ, ਜੇ ਸ਼ੇਰਾਂ ਵਾਂਗੂ ਜਿਉਣਾ ਏ ਤੇ ਅਣਖ ਜਗਾਉਣੀ ਪੈਂਦੀ ਏ। ਜੰਜੀਰ ਗੁਲਾਮੀ ਦੀ ਲੋਕੋ ਹੁਣ ਗਲ 'ਚੋਂ ਲਾਉਣੀ ਪੈਣੀ ਏ। ਬਲੀ ਦਿੱਤੀ ਜਾਂਦੀ ਭੇਡਾਂ ਦੀ, ਸ਼ੇਰਾਂ ਤੋਂ ਸਾਰੇ ਡਰਦੇ ਨੇ। ਉਹ ਅਮਰ ਸ਼ਹੀਦ ਕਹਾਉਂਦੇ ਨੇ ਜੋ ਦੇਸ਼ ਕੌਮ ਲਈ ਮਰਦੇ ਨੇ, ਜੋ ਦੇਸ਼ ਕੌਮ ਲਈ ਮਰਦੇ ਨੇ। ਉਹਨਾਂ ਨੇ ਆਪਣੀ ਕੌਮ ਲਈ ਇਹ ਕੰਮ ਕੀਤਾ। ਤੇ ਮੈਂ ਜਰਨੈਲ ਨੰਗਲ ਜੀ ਨੂੰ 2-3 ਦਿਨ ਪਹਿਲਾਂ ਇਹ ਮੈਸੇਜ ਵੀ ਕੀਤਾ ਸੀ ਕਿ ਸੱਜਣਾ ਆਪਣਿਆਂ ਤੋਂ ਬਚੀ, ਜਿੱਤ ਤੇਰੀ ਹੋਵੇਗੀ। ਤੇ ਅੱਜ ਉਹਦੀ ਜਿੱਤ ਹੋਈ ਆ।
ਉਹ ਸਾਡੇ ਸਮਾਜ ਦੀ ਜਿੱਤ ਹੋਈ ਆ, ਸਾਡੀ ਕਮਿਊਨਿਟੀ ਦੀ ਜਿੱਤ ਹੋਈ ਆ। ਜਰਨੈਲ ਨੰਗਲ ਨੂੰ ਸਲੂਟ ਹੈ, ਸਾਧੂ ਸੰਪਰਦਾਇਕ ਦੇ ਪ੍ਰਧਾਨ ਜੀ ਉਹਨਾਂ ਨੂੰ ਸਲੂਟ ਹੈ। ਇਹ ਸਾਡੇ ਜਿੰਨੇ ਵੀ ਸਾਥੀ ਉੱਥੇ ਬੈਠੇ ਸਨ, ਭੁੱਖ ਹੜਤਾਲ ਦੇ ਉੱਤੇ, ਮਰਨ ਵਰਤ ਦੇ ਉੱਤੇ, ਹੰਗਰ ਸਟ੍ਰਾਈਕ ਦੇ ਉੱਤੇ, ਸਾਰਿਆਂ ਨੂੰ ਸਲੂਟ ਹੈ, ਉਹ ਵਧਾਈ ਦੇ ਪਾਤਰ ਹਨ। ਹਾਂਜੀ ਚੌਹਾਨ ਜੀ। ਦੇਖੋ ਜੀ, ਅਸੀਂ ਇਹ ਸ਼ੁਰੂ ਦੇ ਵਿੱਚ ਹੀ ਕਿਉਂਕਿ ਜਿਸ ਤਰ੍ਹਾਂ ਪ੍ਰੋਗਰਾਮ ਚੱਲ ਰਿਹਾ, ਜਿੱਦਾਂ ਉੱਥੇ ਹੈਪਨ ਹੋ ਰਿਹਾ ਸੀ, ਉਹਨੂੰ ਅਸੀਂ ਸਾਰੇ ਭੈਣਾਂ ਭਰਾਵਾਂ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ। ਖੁਸ਼ਖਬਰੀ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਦੇ ਵਿੱਚ ਹੀ ਸਾਨੂੰ ਇਹ ਜਿਹੜੀ ਹੈਗੀ ਆ ਵੀ ਜਿਸ ਚੀਜ਼ 'ਤੇ ਜਰਨੈਲ ਨੰਗਲ ਜੀ ਭੁੱਖ ਨਾਲ ਰੱਖ ਕੇ ਬੈਠੇ ਸਨ ਵੀ ਅਸੀਂ ਕਿਸ ਤਰੀਕੇ ਨਾਲ ਜਿਹੜੀ ਸਕਾਲਰਸ਼ਿਪ ਰੀਇੰਸਟੇਟ ਹੋਵੇ, ਵੀ ਜੋ ਬੱਚਿਆਂ 'ਤੇ ਤਸ਼ੱਦਦ ਜ਼ੁਲਮ ਹੋ ਰਿਹਾ ਉਹਨੂੰ ਅਸੀਂ ਬਰਕਰਾਰ ਕੀਤਾ ਜਾਵੇ। ਉਹ ਵਿੱਚ ਹੀ ਸਾਨੂੰ ਨਿਊਜ਼ ਆ ਗਈ, ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ। ਆਓ ਇਹਦਾ ਜਿਹੜਾ ਕਿ ਰਿਜ਼ਲਟ ਹੈ, ਜਿਹੜਾ ਇੱਕ ਸਿਹਰਾ ਹੈ, ਇਕੱਲੇ ਜਰਨੈਲ ਨੰਗਲ ਨਹੀਂ, ਉਹਦੇ ਨਾਲ ਜਿੰਨੇ ਵੀ ਸਾਥੀ ਸਾਰੇ ਜਿੰਨੇ ਵੀ ਸਮਾਜ ਦੇ ਸਾਥੀ, ਚਾਹੇ ਸੰਤ ਸਮਾਜ ਹੈ, ਚਾਹੇ ਆਪਣਾ ਲੋਕਲ ਭਾਈਚਾਰਾ ਹੈ, ਚਾਹੇ ਕੋਈ ਵੀ ਸਭਾ ਸੁਸਾਇਟੀਆਂ ਜਿੰਨੀਆਂ ਕੋਈ ਵੀ ਸਭਾ ਸੁਸਾਇਟੀਆਂ, ਮੇਰਾ ਖਿਆਲ ਸਾਰਿਆਂ ਨੇ ਇਹਦੇ ਵਿੱਚ ਵੱਡਾ ਹੰਗਾਰਾ ਭਰਿਆ। ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੇ ਘੱਟ ਕਿਸੇ ਨੇ ਵੱਧ, ਸਾਰਿਆਂ ਨੇ ਬਹੁਤ ਸਾਰਾ ਹਮਲਾ ਮਾਰਿਆ। ਤੁਸੀਂ ਨਿਊਜ਼ ਦੇਖ ਲਈ ਹੈ। ਇਸ ਕਰਕੇ ਅੱਜ ਸਾਨੂੰ ਇਹ ਤੋਂ ਸਿੱਖਣਾ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਅਸੀਂ ਰਲ ਮਿਲ ਕੇ, ਜਦੋਂ ਪਤਾ ਲੱਗੇ ਰਲ ਮਿਲ ਕੇ ਸਾਡੀਆਂ ਏਜੰਸੀਆਂ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਵੀ ਭਾਈਚਾਰਾ ਇਕੱਠਾ ਹੈ, ਫਿਰ ਉੱਥੇ ਉਹ ਜਿਹੜੀ ਇੱਕ ਇਨਸਾਫ ਹੈ, ਉਹਨਾਂ ਨੂੰ ਪਤਾ ਵੀ ਇਹ ਧੱਕਾ ਹੋ ਰਿਹਾ, ਸਰਕਾਰਾਂ ਨੂੰ ਪਤਾ ਹੈ, ਇਹ ਗੱਲ ਨਹੀਂ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਪਤਾ ਵੀ ਹੁਣ ਲੋਕ ਜਾਗ ਪਏ ਹਨ, ਲੋਕਾਂ ਦੇ ਵਿੱਚ ਜਾਗਰਤੀ ਆ ਗਈ ਹੈ, ਲੋਕ ਇਹ ਆਪਣੇ ਹੱਕ ਮੰਗਣਾ ਸਿੱਖ ਗਏ ਹਨ। ਇਸ ਕਰਕੇ ਅੱਜ ਅਸੀਂ ਇਹ ਜਿਹੜੀ ਖੁਸ਼ਖਬਰੀ ਸਾਡੇ ਸਾਹਮਣੇ ਆਈ ਆ, ਰਲ ਮਿਲ ਕੇ ਇਸ ਤਰ੍ਹਾਂ ਪ੍ਰੈਸ਼ਰ ਪਾ ਕੇ ਆਪਣਾ ਜਿਹੜਾ ਭਵਿੱਖ ਹੈ ਅੱਗੇ ਤੋਂ ਵੀ ਇਸ ਤਰ੍ਹਾਂ ਕੰਮ ਕਰੀਏ, ਉਹ ਆਪਣਾ ਭਵਿੱਖ ਵਧੀਆ ਬਣਾਈਏ। ਧੰਨਵਾਦ ਜੀ ਚੌਹਾਨ ਜੀ। ਤੇ ਜਿਸ ਤਰ੍ਹਾਂ ਪਹਿਲਾਂ ਦਿੱਲੀ ਦੀ ਗੱਲ ਹੋਈ ਸੀ ਗੁਰਦਾਸ ਮੰਦਿਰ ਦੀ, ਤੇ ਉੱਥੇ ਵੀ ਸਾਡੀ ਆਜ਼ਾਦ ਟੀਵੀ ਦੀ ਟੀਮ ਜਿੰਨੀ ਸੀ ਉੱਥੇ ਪਹੁੰਚੀ ਸੀ। ਜਰਨੈਲ ਨੰਗਲ ਜੀ ਨੇ 16 ਤਰੀਕ ਤੋਂ ਜੋ ਵੀ ਆਪਣਾ ਮਰਨਵਤ ਰੱਖਿਆ ਸੀ, ਉਸ ਦਿਨ ਤੋਂ ਹੀ ਸਾਡੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀ। ਤੇ ਜਦੋਂ ਦੇ ਇਹਨਾਂ ਨੇ ਪ੍ਰੋਟੈਸਟ ਚਾਲੂ ਕੀਤੇ ਉਦੋਂ ਤੋਂ ਹੀ ਸਾਡੇ ਕੋਲ ਖਬਰ ਆ ਰਹੀ ਸੀਗੀ। ਲੇਕਿਨ ਜਿਹੜਾ ਸਾਡਾ ਟਾਈਮਿੰਗ ਹੈ ਉਹ ਥੋੜੀ ਜਿਹੀ ਸ਼ਾਰਟੇਜ ਆ ਸਾਡੇ ਕੋਲ ਟਾਈਮਿੰਗ ਦੀ। ਅਸੀਂ ਆਪਣੇ ਟਾਈਮ ਦੇ ਵਿੱਚ ਫੇਰ ਵੀ ਹਰੇਕ ਚੀਜ਼ ਨੂੰ ਟਰਾਈ ਕਰਾਂਗੇ, ਕਿਸੇ ਨਾ ਕਿਸੇ ਤਰ੍ਹਾਂ ਤੇ ਤੁਹਾਡੇ ਤੱਕ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਬਾਕੀ ਤੁਹਾਡੇ ਸਹਿਯੋਗ ਦੀ ਲੋੜ ਹੈ। ਇਹ ਮੈਂ ਅੱਗੇ ਐਡ ਕਰਨਾ ਚਾਹੁੰਦਾ ਜੀ, ਇਹਦੇ ਵਿੱਚ ਤੁਸੀਂ ਦੇਖੋ ਵੀ ਆਜ਼ਾਦ ਟੀਵੀ ਦੀ ਟੀਮ ਜਿਹੜੀ ਉੱਥੇ ਹੈ, ਉਹ ਦਿਨ ਰਾਤ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੀ ਹੈ। ਤੁਸੀਂ ਇਹ ਦੇਖ ਲਓ ਵੀ ਅਸੀਂ ਸ਼ੁਰੂ ਕੀਤਾ ਹੀ ਪ੍ਰੋਗਰਾਮ ਵੀ ਅਸੀਂ ਕਿਸ ਤਰ੍ਹਾਂ ਕਰਨਾ, ਉਹਦੇ ਵਿੱਚ ਹੀ ਸਾਡੀ ਟੀਮ ਨੇ ਸਾਨੂੰ ਇਹ ਖਬਰ ਭੇਜ ਦਿੱਤੀ ਵੀ ਉਹ ਜਿਹੜਾ ਕੰਮ ਚੱਲ ਰਿਹਾ ਸੀ ਉਹਦੇ ਬਾਰੇ ਸਾਨੂੰ ਇੱਕ ਵਧੀਆ ਰਿਜ਼ਲਟ ਮਿਲ ਗਿਆ। ਇਸ ਕਰਕੇ ਅਸੀਂ ਆਜ਼ਾਦ ਟੀਵੀ ਵੱਲੋਂ, ਕਿਉਂਕਿ ਜੋ ਵੀ ਸਾਡੇ ਭਾਈਚਾਰੇ ਦੀ ਗੱਲ ਹੁੰਦੀ ਹੈ ਹੁੰਦਾ, ਤੁਸੀਂ ਅੱਜ ਦੇਖ ਹੀ ਲਿਆ ਵੀ ਕਿਸ ਤਰੀਕੇ ਨਾਲ ਅਸੀਂ ਐਟ ਏ ਸਪੌਟ ਉਹ 15-20 ਮਿੰਟ ਦੇ ਵਿੱਚ ਹੀ ਸਾਡੇ ਕੋਲ ਉਹਨਾਂ ਨੇ ਇਹ ਖਬਰ ਪਹੁੰਚਾ ਦਿੱਤੀ। ਹਾਂਜੀ ਡਾਕਟਰ ਜੀ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਸ ਤਰ੍ਹਾਂ ਸਾਡਾ ਸਮਾਜ ਇਕੱਠਾ ਹੋਇਆ, ਉਹ ਸਮਾਜ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਉਹ ਰਵਿਦਾਸੀਆ ਹਨ, ਵਾਲਮੀਕੀਆ ਹਨ ਜਾਂ ਮਜ਼੍ਹਬੀ ਹੈ ਜਾਂ ਫਲਾਨ, ਜਿਹੜਾ ਇਹ ਟੂ ਜਿੱਦਾਂ ਮਰਜ਼ੀ ਇਕੱਠੇ ਸਾਰੇ। ਅੱਜ ਭਾਈਚਾਰਾ ਸਾਡਾ ਸਮਾਜ, ਚਾਹੇ ਅੰਬੇਡਕਰਾਈਟ ਸਾਹਿਬ, ਬੁੱਧਿਸਟ ਹੈ, ਜੋ ਵੀ ਉਸ ਵੇਲੇ ਅੱਜ ਉੱਥੇ ਬੈਠਾ ਸੀ, सारा समाज बैठा सी। की कहना चाहते हैं? ये बहुत ही खुशी की बात है कि हमारा जो समाज है और भी जर्नल नंगल की जो घटना है, ये हमारे समाज और हमारे कौम के जागृति के स्तर को बताती है। सही गल। देखिए ना, हम किसी रोजी रोटी की बात के लिए नहीं, बल्कि शिक्षा के अधिकार के लिए सामने आए। और बाबा साहब ने कहा भी था, जो हक है, और बाबा साहब ने कहा भी था कि जो शिक्षा को धारण करेगा, शिक्षा शेरनी का दूध है, जो इसको पिएगा वो दहाड़े सिवा रहेगा नहीं। तो इतना महत्व बाबा साहब दिया करते थे। बाबा साहब ने दूसरी बात ये भी कही थी कि हमारी जो लड़ाई है, हमारा जो स्ट्रगल है, वो सिर्फ रोटी के लिए नहीं है, बल्कि आत्मसम्मान के लिए है। और कोई भी कौम, कोई भी समाज, कोई भी इंसान, कोई भी समूह, कोई भी तबका अगर आत्मसम्मान से जीना चाहता है तो उसको शिक्षा का अधिकार, शिक्षा उसका अधिकार है, उसको मिलनी चाहिए। और इतने अहम मुद्दे के लिए पंजाब के जो हमारे साथी सामने आए और उन्होंने यहाँ तक कि आमरण उपोषण की बात की, यह हमारे समाज के जागृति के स्तर को पहुँचाता है। एक कॉल ले लीजिए जी। हेलो जयगदेव जी। हेलो जयगदेव जी। रमेश कलेर जी, मैं पहला बंगड़ बोल रहा जी। हाँ जी बंगड़ जी, की कहना? जयगदेव, जय भीम जी। हाँ जी, जय गुरदेव, जय भीम। बड़ी खुशी की गल हुई है जी तुसीं दस्सिया कि जरनैल बंगड़ जी जरनैल नंगल, हाँ जी, ਜਿਹੜੇ ਆਪਣੀ ਕੌਮ ਦੇ ਹੈ ਨਾ ਮਨ ਨੂੰ ਬੈਠ ਗਏ ਸੀਗੇ ਜੀ, ਕਿਉਂਕਿ ਜਿਹੜੇ ਹੁੰਦੇ ਨੇ ਅਣਖੀ ਇਨਸਾਨ ਜਗਤੇ ਓਏ ਹੋਏ, ਉਹ ਆਪੂ ਕੁਰਬਾਨ ਹੋ ਜਾਂਦੇ ਹੋ, ਲੱਗੇ ਕੌਮ ਨੂੰ ਗੁਲਾਮੀ ਦੇ ਦਾਗ ਅਥਰੇ ਸਦਾ ਸਦਾ ਲਈ ਧੋਣੇ ਧੋ ਜਾਂਦੇ। ਇਹੋ ਜਿਹੇ ਇਨਸਾਨ ਜਿਹੜੇ ਆ ਜੀ, ਮੈਂ ਤੁਹਾਨੂੰ ਪਤਾ ਵੀ ਕਵਿਤਾਵਾਂ ਲਿਖਦਾ ਹਾਂ ਜੀ, ਹਾਂ ਜੀ, ਕਿਉਂਕਿ ਉਹ ਹੁੰਦੇ ਨੇ ਇਨਕਲਾਬੀ ਰਾਹੀ। हाँ जी, लगन उन्हां दी मंजिल लोचदी है, एक एके दा नारा बुलंद करके आखिर टीचे ते उंगल थरो जांदे। उन्हें देखो ना
ਜੀ ਸਾਨੂੰ ਇੱਕ ਏਕਤਾ ਦੀ ਲੋੜ ਹੈ। ਹਾਂਜੀ ਉਹਨੇ ਏਕਤਾ ਦਿਖਾਈ ਆ, ਉਹਨੇ ਗਟਸ ਦਿਖਾਏ ਆ, ਉਹਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਬੇਇਨਸਾਫੀ ਨਹੀਂ ਕਰ ਸਕਦੇ। ਅਸੀਂ ਟੈਲੀਵਿਜ਼ਨ ਤੇ ਉਹਨੂੰ ਦੇਖ ਰਹੇ ਆ ਜਿੱਦਾਂ ਉਹ ਬੋਲਦਾ ਆ। ਹਾਂਜੀ ਹੱਕ ਮੰਗਣਾ ਭੀਖ ਦੇ ਤੁਲ ਜਾਣਨ, ਉਹ ਕੁਚਲ ਦੇਣ ਉਹ ਹੱਕਾਂ ਨੂੰ ਛੀਨਣ ਵਾਲੇ, ਜਿਉਣਾ ਉਹਨਾਂ ਦਾ ਸ਼ੇਰਾਂ ਵਾਂਗ ਹੋਵੇ, ਸਿਵਾਏ ਮਾਨ ਦੀ ਜਿੰਦ ਉਹ ਜੀ ਜਾਂਦੇ। ਇਹ ਜਿੰਨੀਆਂ ਮੈਂ ਨਾ ਲੈਣਾ ਲਿਖੀਆਂ ਉਹਦੇ ਤੇ ਉਹ ਆਪਣੇ ਜਰਨੈਲ ਲੰਗਰ ਜੀ ਪੂਰਾ ਪੂਰੀਆਂ ਉੱਤੇ ਟੁੱਕਦੀਆਂ। ਹਾਂਜੀ ਨਾ ਸ਼ੰਕਰ ਪਰਾਏ ਦਰ ਤੇ ਹਾਂਜੀ ਕਰਮ ਭਰਮ ਤਕਦੀਰੋ ਮੰਨਦੇ ਨਾ, ਹਿੰਮਤ ਹਸਤੀ ਦਾ ਇਸ਼ਕ ਕਬੂਲ ਕਰਕੇ ਸੀਨੇ ਜਾਬਰ ਦੇ ਸ਼ੁਰਾ ਪਰੋ ਜਾਂਦੇ। ਉਹ ਜਾਬਰਾਂ ਨੂੰ ਦੱਸ ਦਿੱਤਾ ਉਹਨੇ ਕਿ ਤੁਸੀਂ ਸਾਡੇ ਹੱਕ ਮਾਰ ਨਹੀਂ ਸਕਦੇ ਜੀ, ਹੱਕ ਮਾਰ ਨਹੀਂ ਸਕਦੇ, ਹੱਕ ਲੈ ਕੇ ਰਹਿਣਾ ਆ ਤੇ ਤੁਸੀਂ ਉਹਨਾਂ ਦੀ ਨਗਰੀ ਨਹੀਂ ਜੀਉ ਸਕਦਾ। ਔਰ ਇਹਦੀ ਗਰੀਬ ਦੀ ਆਨ ਤੇ ਸ਼ਾਨ ਉੱਚੀ, ਝੂਠ ਮਕਾਰੀ ਤੇ ਦਗੇ ਦਾ ਨਾਸ਼ ਕਰਕੇ ਸੱਚ ਧਰਮ ਦੇ ਝੰਡੇ ਚਲੋ ਜਾਂਦੇ। ਧੰਨਵਾਦ ਜੀ ਤੁਹਾਡਾ। ਤੇ ਤੁਸੀਂ ਸਦਾ ਹੀ ਪ੍ਰੋਗਰਾਮ ਦਾ ਹਿੱਸਾ ਬਣਿਆ ਕਰੋ ਕਿ ਤੁਹਾਡੀ ਕਲਮ ਦੇ ਵਿੱਚ ਤੁਹਾਡੀਆਂ ਜਿਹੜੀਆਂ ਆਡੀਓਜ਼ ਬਣੀਆਂ ਜਾਂ ਟੇਪਾਂ ਬਣੀਆਂ ਉਹਨਾਂ ਦੇ ਵਿੱਚ ਦਮ ਹੈ, ਜਾਨ ਹੈ। ਬਾਬਾ ਸਾਹਿਬ ਦੀ ਫਿਲਾਸਫੀ ਨੂੰ ਤੁਸੀਂ ਅੱਗੇ ਲੈ ਕੇ ਜਾਣ ਵਾਲੇ ਹੈਗੇ ਹੋ ਤੇ ਅਸੀਂ ਤੁਹਾਨੂੰ ਵੀ ਸਲੂਟ ਕਰਦੇ ਹਾਂ। ਜਿੰਨੀਆਂ ਵੀ ਤੁਸੀਂ ਵੀਡੀਓ ਟੇਪਾਂ ਕੱਢਦੇ ਆ ਤੇ ਰਾਹੇ ਵਗਾਹੇ ਅਸੀਂ ਤੁਹਾਡੀਆਂ ਸੁਣਦੇ ਰਹਿੰਦੇ ਹੋ। ਤੁਸੀਂ ਸਾਨੂੰ ਵੀ ਆਜ਼ਾਦ ਟੀਵੀ ਲਈ ਭੇਜ ਸਕਦੇ ਹੋ ਤਾਂ ਅਸੀਂ ਵੀ ਉਹ ਤੁਹਾਡੀ ਟੇਪ ਲਾਵਾਂਗੇ। ਕਿ ਕਹਿੰਦੇ ਕਿ ਜਿਹੜਾ ਹੱਕ ਮੰਗਿਆ ਨਹੀਂ ਮਿਲਦੇ, ਹੱਕ ਖੋਣੇ ਪੈਂਦੇ ਆ। ਅੱਜ ਜਰਨੈਲ ਨੰਗਲ ਨੇ ਉਹ ਕੰਮ ਕੀਤਾ ਜੋ ਬਾਬਾ ਸਾਹਿਬ ਨੇ ਕਿਹਾ ਸੀ ਕਿ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ, ਗੁਲਾਮ ਆਪੇ ਬਗਾਵਤ ਕਰ ਦੇਵੇਗਾ। ਤੇ ਅੱਜ ਜੋ ਜਿਹੜੀ ਗੁਲਾਮੀ ਆ ਸਾਡੀ, ਉਹਦੀਆਂ ਜੰਜੀਰਾਂ ਜਿਹੜੀਆਂ ਤੋੜਨ ਦੇ ਲਈ ਸਾਡੇ ਵਿੱਚ ਉਹ ਮਰਦ ਦਲੇਰ ਵੀ ਪੈਦਾ ਹੋ ਚੁੱਕੇ ਹਨ ਜਿਹੜੇ ਗੁਲਾਮੀ ਦੇ ਅੰਡਰ ਨਹੀਂ ਜੀਣਾ ਚਾਹੁੰਦੇ, ਗੁਲਾਮੀ ਨੂੰ ਲਾਹ ਕੇ ਸਿੱਟਣਾ ਚਾਹੁੰਦੇ ਹਨ। ਅੱਜ ਉਹ ਜਰਨੈਲ ਨੰਗਲ ਯੋਧਾ, ਮੈਂ ਇਹ ਨਹੀਂ ਕਹੂੰਗਾ ਕਿਹੜੀ ਪਾਰਟੀ ਦਾ ਕਿਸ ਨੂੰ ਬਿਲੋਂਗ ਕਰਦਾ, ਨਹੀਂ, ਸਾਨੂੰ ਕਿਸੇ ਪਾਰਟੀ ਦੇ ਨਾਲ ਮਤਲਬ ਨਹੀਂ, ਅਸੀਂ ਹਰੇਕ ਪਾਰਟੀ ਨੂੰ ਦੇਖ ਲਿਆ ਆ। ਲੇਕਿਨ ਇੱਕ ਇਨਸਾਨੀਅਤ ਦੇ ਤੌਰ ਤੇ ਹੁਣ ਸਾਡੇ ਬੱਚਿਆਂ ਲਈ, ਸਾਡੀਆਂ ਭੈਣਾਂ ਲਈ, ਸਾਡੇ ਭਰਾਵਾਂ ਲਈ, ਹੁਣ ਆਪਣੇ ਐਜੂਕੇਸ਼ਨ ਦੇ ਲਈ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਉਹਨੂੰ ਨਾਲ ਲੈ ਕੇ ਆਪਣੇ ਹੱਕ ਨੂੰ ਲੜਾਈ ਲੜੀ ਆ। ਤੇ ਡਾਕਟਰ जी ਕੀ कहोगे? मैं ये कहना चाहूँगा कि ये जो शिक्षा का अधिकार है ये बहुत ही हमारा मौलिक अधिकार और बहुत इम्पॉर्टेंट है। डायरेक्टिव प्रिंसिपल्स फॉर स्टेट पॉलिसी ये जब निर्माण किया गया था तो संविधान के निर्माणकर्ताओं ने ये इसलिए निर्माण किया था ताकि समाज में सामाजिक और आर्थिक लोकशाही को ज़मीनी तौर पर उतारा जाए। और इसके लिए ये जो डायरेक्टिव प्रिंसिपल्स बने थे उसके अंतर्गत एजुकेशन को ये महत्व इसलिए दिया गया था ताकि जो लोग हैं कल तक जिनको शिक्षा का अधिकार नहीं मिला था वो अपने पैरों पर खड़े हो और वो पैरों पर खड़े होकर एक आत्मसम्मान की ज़िंदगी जिए। और इसके लिए बाबा साहब ने जो आंदोलन आगे बढ़ाया, जहाँ तक कि महात्मा फुले जी ने, महात्मा फुले जी से लेकर तो बाबा साहब तक और शाहू महाराज तक शिक्षा को इतना महत्व दिया गया। और सिर्फ शिक्षा को महत्व नहीं दिया गया बल्कि फॉरेन एजुकेशन को भी। बाबा साहब ने 1942 में जब लॉर्ड लिनलिथगो आयोग जब आया था, कमीशन जब आया था, उस वक्त अलीगढ़ मुस्लिम यूनिवर्सिटी और बनारस हिंदू यूनिवर्सिटी को 3-3 लाख रुपए का सालाना एक मदद चंदा ब्रिटिश सरकार की तरफ से दिया गया था। तो लॉर्ड लिनलिथगो बाबा साहब के दोस्त थे, मित्र थे। उन्होंने बाबा साहब को कहा कि बाबा साहब हमने तो ये दे दिया भाई, दो जो बड़ी कम्युनिटी है उनको, आप क्या चाहते हो? तो बाबा साहब ने कहा था कि मैं चाहता हूं कि आप इसी प्रकार का पैसा देने के बजाय या यूनिवर्सिटी के बजाय ਅਸੀਂ ਹੈ ਨਾ ਕਿਉਂਕਿ ਬ੍ਰੇਕ ਤੇ ਜਾਣਾ, ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਗੱਲ ਕਰਾਂਗੇ ਕਿ ਸਾਡੇ ਕੋਲ ਇੱਕ ਦੋ ਅਨਾਉਂਸਮੈਂਟਾਂ ਹਨ, ਉਹ ਵੀ ਕਰਦੇ ਚੱਲੀਏ। ਰਮੇਸ਼ ਲੱਦੜ ਜੀ ਜਿਨ੍ਹਾਂ ਦਾ 50ਵਾਂ ਜਨਮ ਦਿਨ ਹੈ ਨੈਕਸਟ ਅਗਲੇ ਹਫਤੇ ਮਨਾਇਆ ਜਾ ਰਿਹਾ ਹੈ, ਜਿਸ ਦੀ ਕਵਰੇਜ ਆਜ਼ਾਦ ਟੀਵੀ ਕਰੇਗਾ ਤਾਂ ਉਸ ਨੂੰ ਉਹ ਜਿਹੜੀ ਫਿਲਮ ਆ ਉਹ ਬਾਅਦ 'ਚ ਦਿਖਾਈ ਵੀ ਜਾਏਗੀ। ਰਮੇਸ਼ ਲੱਦੜ ਜੀ ਨੂੰ ਅਸੀਂ ਆਜ਼ਾਦ ਟੀਵੀ ਵੱਲੋਂ ਔਰ ਸਾਰੇ ਆਜ਼ਾਦ ਟੀਵੀ ਦੇ ਵਿਊਅਰ ਵੱਲੋਂ, ਆਜ਼ਾਦ ਟੀਵੀ ਦੇ ਪਰਿਵਾਰ ਵੱਲੋਂ ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਮੁਬਾਰਕ ਪਹਿਲਾਂ ਹੀ ਦਿੰਦੇ ਹਾਂ। ਤੇ ਇਸੇ ਤਰ੍ਹਾਂ 50ਵੀਂ ਗੋਲਡਨ ਜੁਬਲੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵੱਲੋਂ ਜੋ ਆ 21 ਤਰੀਕ ਨੂੰ ਇਸ ਜਿਹੜੇ ਸੰਡੇ ਮਨਾਈ ਜਾ ਰਹੀ ਆ, ਤੇ ਉਹਨਾਂ ਨੂੰ ਵੀ ਅਸੀਂ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਜਿਨ੍ਹਾਂ ਨੇ 50 ਸਾਲ ਦਾ ਜਿਹੜਾ ਬੜਾ ਲੰਬਾ ਸਫ਼ਰ ਜਿਹੜਾ ਆ ਤੈਅ ਕੀਤਾ ਆ। 50 ਸਾਲ ਕਹਿਣੇ ਮੂੰਹ ਦੇ ਨਾਲ ਕਹਿ ਹੀ ਦੇਣਾ, 50 ਦੇ ਨਾਲ 0 ਆ, ਲੇਕਿਨ ਹਾਫ ਸੈਂਚਰੀ ਬਣ ਜਾਂਦੀ ਹੈ। ਪਤਾ ਲੱਗਦਾ ਆ ਜਦੋਂ ਹਾਫ ਸੈਂਚਰੀ ਬਣਦੀ ਆ, ਤੇ ਜਿਸ ਤਰ੍ਹਾਂ ਕ੍ਰਿਕਟ ਦੇ ਵਿੱਚ ਹਾਫ ਸੈਂਚਰੀ ਬਣਦੀ, ਤਾੜੀਆਂ ਲੱਗਦੀਆਂ, ਉੱਠ ਉੱਠ ਕੇ ਖੜੇ ਹੋ ਜਾਂਦੇ ਹਨ। ਇਹ ਜਿਹੜੀ ਇਹਨਾਂ ਨੇ ਹਾਫ ਸੈਂਚਰੀ ਮਾਰੀ ਆ, ਤੇ 50ਵੀਂ ਗੋਲਡਨ ਜੁਬਲੀ ਜਿਹੜੀ ਆ, ਅਸੀਂ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਆ, ਉਹਨਾਂ ਦੇ ਪ੍ਰਧਾਨ ਜੀ ਨੂੰ, ਸੈਕਟਰੀ ਜੀ ਨੂੰ, ਜਿੰਨੇ ਵੀ ਸਾਥੀ ਜਿਨ੍ਹਾਂ ਨੇ ਇਹ ਕੰਮ ਚਲਾਇਆ ਸੀ। ਇਹ ਦਿਨ ਨੂੰ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ, ਤੇ ਇਸੇ ਤਰ੍ਹਾਂ ਹੀ ਅੱਗੇ ਕਮਿਊਨਿਟੀ ਦੀ, ਆਪਣੀ ਕੌਮ ਦੀ ਸੇਵਾ
ਸੇਵਾ ਕਰਦੇ ਰਹਿਣ। ਇਸ ਵੇਲੇ ਪ੍ਰਧਾਨ ਸੁਮਨ ਜੀ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦੇ, ਬਿੱਲਾ ਜੀ ਜੋ ਉਹਨਾਂ ਦੇ ਕੋਆਰਡੀਨੇਟਰ ਆ ਉਹਨਾਂ ਦਾ ਵੀ ਧੰਨਵਾਦ ਕਰਦੇ, ਬਾਕੀ ਸਾਰੇ ਸਾਥੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸੰਸਥਾ ਨੂੰ ਅੱਜ ਇੱਥੇ ਤੱਕ ਲਿਆ ਕੇ ਖੜੇ ਕੀਤਾ ਔਰ ਅੱਗੇ ਲੈ ਕੇ ਜਾ ਰਹੇ ਹਨ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਜਦੋਂ ਤੱਕ ਸਾਡੇ ਵਿੱਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਕੰਮ ਕਰਦੀਆਂ ਰਹਿਣਗੀਆਂ, ਜਿਸ ਤਰ੍ਹਾਂ ਜਰਨੈਲ ਲੰਗਰ ਹੋਣਾ ਵਰਗੇ ਐਸੇ ਨੌਜਵਾਨ ਕੰਮ ਸਾਡੇ ਕਮਿਊਨਿਟੀ ਦੇ ਵਿੱਚ ਕੰਮ ਕਰਨਗੇ, ਚਾਹੇ ਕੋਈ ਵੀ ਲੀਡਰ ਸਾਡੇ ਅੱਗੇ ਆ ਜਾਵੇ ਉਸ ਦੀ ਕੋਈ ਪਰਵਾਹ ਨਹੀਂ। ਤੇ ਆਓ ਅਸੀਂ ਬ੍ਰੇਕ ਤੇ ਜਾ ਰਹੇ, ਬ੍ਰੇਕ ਤੋਂ ਬਾਅਦ ਤੁਹਾਡੀਆਂ ਲਾਈਵ ਕਾਲਾਂ ਲਵਾਂਗੇ 0203630610। ਜੈ ਗੁਰਦੇਵ, ਧੰਨ ਗੁਰਦੇਵ। ਜੈ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕੀ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਭਾਰਤ ਦੇਸ਼ ਦੀ ਗੱਲ ਕਰਦੇ ਸੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਜਿਹੜੀ ਗੱਲ ਚੱਲ ਰਹੀ ਸੀ, ਉਹ ਜਰਨੈਲ ਨੰਗਰ ਜੀ ਉਹਨਾਂ ਦੀ ਜਿੱਤ ਹੋਈ ਆ, ਸਾਡੀ ਕਮਿਊਨਿਟੀ ਦੀ ਜਿੱਤ ਹੋਈ ਹੈ, ਸਾਡੀ ਕੌਮ ਦੀ ਜਿੱਤ, ਸਾਡੇ ਸਮਾਜ ਦੀ ਜਿੱਤ ਹੋਈ ਆ। ਅਤੇ ਅਸੀਂ ਉਸ ਦੇ ਉੱਤੇ ਗੱਲ ਕਰਾਂਗੇ। ਸਾਡਾ ਜਿਹੜਾ ਨੰਬਰ ਹੈ 020363000610। ਇਸ ਦੇ ਨਾਲ ਨਾਲ ਹੀ ਅਸੀਂ ਇੱਕ ਖਬਰ ਹੋਰ ਜੋੜਦੇ ਜਾਈਏ ਕਿ ਸਾਡੇ ਸਮਾਜ ਦੇ ਵਿੱਚ ਬੱਚਿਆਂ ਦੀ ਜੋ ਕਾਬਲੀਅਤ ਆ ਉਹ ਵੀ ਕਿਸੇ ਗੱਲੋਂ ਘੱਟ ਨਹੀਂ, ਚਾਹੇ ਉਹ ਖੇਡਾਂ ਦੀ ਗੱਲ ਕਰ ਲਈਏ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ, ਅਤੇ ਚਾਹੇ ਮਿਲਟਰੀ ਦੀ ਜਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਕਿ ਇਹ ਆਪਣੇ ਜਿਹੜੀ ਆਰਮੀ ਹੁੰਦੀ ਸੀ, ਚਮਾਰਾ ਰੈਜੀਮੈਂਟ ਹੁੰਦੀ ਸੀ, ਮਹਾਰ ਰੈਜੀਮੈਂਟ ਹੁੰਦੀ ਸੀ, ਉਹਨਾਂ ਦੇ ਵਿੱਚ ਵੀ ਸਾਡੇ ਪੁਰਖਿਆਂ ਨੇ ਬੜੀਆਂ ਬੜੀਆਂ ਮੱਲਾਂ ਮਾਰੀਆਂ ਹਨ। ਇਸੇ ਤਰ੍ਹਾਂ ਸਾਡੀ ਇੱਕ ਬੇਟੀ ਹੇਮਾ ਦਾਸ ਨੇ ਜਿਹੜੇ ਆ 4 ਗੋਲਡ ਮੈਡਲ ਜਿੱਤ ਕੇ ਜਿਹੜੇ ਆ ਇੱਕ PT ਊਸ਼ਾ ਦਾ ਜਿਹੜਾ ਰੈਕੋਰਡ ਤੋੜ ਦਿੱਤਾ। ਅਤੇ ਇੱਕ ਇਹ ਵੀ ਇੱਕ ਬਹੁਤ ਹੀ ਵੱਡੀ ਸਾਡੀ ਕਮਿਊਨਿਟੀ ਲਈ, ਸਾਡੇ ਸਮਾਜ ਲਈ ਮਾਣ ਔਰ ਇੱਜ਼ਤ ਵਾਲੀ ਗੱਲ ਹੈ। ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਸ ਬੱਚੀ ਨੂੰ ਇਸੇ ਤਰ੍ਹਾਂ ਆਪਾਂ ਦੁਆਵਾਂ ਦੇਈਏ, ਤੰਦਰੁਸਤੀ ਦੇਈਏ, ਬਖਸ਼ੀਏ, ਕਿ ਉਹਨੂੰ ਕਹੀਏ ਬੇਟੇ ਤੂੰ ਅੱਗੇ ਤੋਂ ਅੱਗੇ ਚੱਲ। ਜੇ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਆ, ਜੇ ਸਾਡੇ ਸੈਂਟਰ ਜਾਂ ਗੌਰਮੈਂਟਾਂ ਨਹੀਂ ਉਸ ਨੂੰ ਪ੍ਰੋਵਾਈਡ ਕਰ ਸਕਦੀਆਂ, ਜਾਂ ਉਹ ਬੱਚੀ ਆਪ ਨਹੀਂ ਪ੍ਰੋਵਾਈਡ ਕਰ ਸਕਦੀ, ਤਾਂ ਸਾਡਾ ਫਰਜ਼ ਵੀ ਬਣਦਾ ਕੁਛ ਨਾ ਕੁਛ ਉਸ ਨੂੰ ਬੱਚੀ ਨੂੰ ਆਪਣੇ ਇਹ ਪਾਕਟ ਦੇ ਵਿੱਚ ਉਸ ਨੂੰ ਆਪਾਂ ਭੇਜੀਏ, ਅਤੇ ਤਾਂ ਕਿ ਉਹ ਬੱਚੀ ਜਿਹੜੀ ਆ ਅੱਗੇ ਵੱਧ ਕੇ ਔਰ ਆਪ ਵੀ ਅੱਗੇ ਕੰਮ ਕਰੇ ਔਰ ਹੋਰ ਗਾਂ ਆਪਣੇ ਭੈਣਾਂ ਭਰਾਵਾਂ ਨੂੰ ਵੀ ਉਹ ਐਕਸਪਾਇਰ ਕਰੇ, ਕਿ ਤਾਂ ਕਿ ਉਹ ਇਸ ਵਿੱਚ ਅੱਗੇ ਆ ਸਕਣ। ਅਤੇ ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਗੱਲ 'ਤੇ? ਦੇਖੋ, ਇਸ ਚੀਜ਼ ਵਿੱਚ ਮੈਂ ਇੱਕ ਜ਼ਰੂਰ ਗੱਲ ਐਡ ਕਰਨਾ ਚਾਹੁੰਦਾ ਜੀ ਵੀ ਉਹ ਜਿਹੜਾ ਵਕਤ ਸੀ ਉਹ ਲੰਘ ਗਿਆ। ਇਹ ਨਹੀਂ ਕਹਿ ਸਕਦੇ ਵੀ ਇੱਕ ਸਵਰਨ ਜਾਤੀਆਂ ਦੀਆਂ ਖੇਡਾਂ ਦੇ ਵਿੱਚ ਹਿੱਸਾ ਲੈਣਾ ਹੋਈ ਆ। ਇਸ ਬੱਚੀ ਨੇ ਇੱਕ ਜ਼ਾਹਰ ਕਰ ਦਿੱਤਾ ਆਪਣੀ ਕੈਪੇਬਿਲਿਟੀ, ਜੋ ਉਸਨੇ ਕੀਤਾ ਕਿ ਪਿਛਲੇ ਸਾਰੇ ਰੈਕੋਰਡ ਤੋੜ ਕੇ ਅੱਜ ਸਾਹਮਣੇ ਆ ਗਈ। ਅੱਜ ਸਾਰੇ ਭੈਣਾਂ ਭਰਾਵਾਂ ਨੂੰ ਇਹ ਦੇਖਣਾ ਚਾਹੁੰਦਾ। ਇਸ ਤਰ੍ਹਾਂ ਅਸੀਂ ਸਾਰੇ ਭੈਣਾਂ ਭਰਾਵਾਂ ਦੇ ਨਾਲ ਅਸੀਂ ਜੁੜੇ ਰਹਾਂਗੇ। ਇੱਕ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਦਾ ਆਜ਼ਾਦ TV ਹੋਂਦ ਵਿੱਚ ਆਇਆ, ਭਾਵੇਂ ਅਸੀਂ ਥੋੜ੍ਹੇ ਜਿਹੇ ਘੰਟੇ ਚਲਾ ਰਹੇ ਹਾਂ, ਉਹ ਇੱਕ ਅਸੀਂ ਬਹੁਤ ਹੀ ਉਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਅਸੀਂ ਯੂਜ਼ ਕਰ ਰਹੇ ਹਾਂ। ਤੁਹਾਡੇ ਨਾਲ ਅਸੀਂ ਸਾਂਝ ਪਾ ਰਹੇ ਹਾਂ। ਉਹਦੇ ਨਾਲ ਨਾਲ ਮੈਂ ਜਿਹੜੇ ਸੱਜਣ ਸਾਡੇ ਨਾਲ ਖੜੇ ਹੋਣ, ਮੈਂ ਜਿਹੜੀ ਕਿ ਮਨੋਜ ਪ੍ਰਬੱਗਾ ਜੀ, ਜੋ ਕਿ ਜਿਨ੍ਹਾਂ ਨੇ ਪਹਿਲਾਂ ਉਹਨਾਂ ਦੇ ਬੱਚੇ ਦਾ ਜਨਮ ਦਿਨ ਸੀ, ਉਸ ਵੇਲੇ ਵੀ ਉਹਨਾਂ ਨੇ ਬਹੁਤ ਵਧੀਆ ਹੁੰਗਾਰਾ ਸਾਡੀ ਸਪੋਰਟ ਕੀਤੀ। ਹੁਣ ਵੀ ਉਹਨਾਂ ਨੇ ਜਦੋਂ ਉਹਨਾਂ ਨੇ ਸਾਡੇ ਜਿਹੜੇ ਸੋਹਣੇ ਸੋਹਣੇ ਪ੍ਰੋਗਰਾਮ ਵਧੀਆ ਭਾਰਤ ਦੇ ਦੀਆਂ ਨਿਊਜ਼ ਜਾਂ ਹੋਰ ਪ੍ਰੋਗਰਾਮ ਦੇਖੇ ਹਨ, ਉਦੋਂ ਵਿੱਚ ਉਹਨਾਂ ਨੇ ਇੱਕ ਕਾਲ ਲੈ ਲਈਏ ਜੀ। ਕਾਲ ਹਾਂ ਲਓ। ਹੈਲੋ ਜੈਕਦੇਵ ਜੀ। ਹੈਲੋ ਜੈਕਦੇਵ ਜੀ। ਹੈਲੋ ਜੈ ਗੁਰਦੇਵ, ਜੈ ਭੀਮ ਜੀ। ਜੈ ਭੀਮ ਜੀ ਭੈਣ ਜੀ। ਰੱਤੂ ਜੀ। ਹਾਂਜੀ ਹਾਂਜੀ, ਆਪਣੇ ਮੇਰੇ ਵੀਰ ਜਿਹੜੇ ਬੈਠੇ ਉਹਨਾਂ ਨੂੰ ਵੀ ਜੈ ਗੁਰਦੇਵ, ਜੈ ਭੀਮ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਪ੍ਰੋਗਰਾਮ ਬਹੁਤ ਸੋਹਣਾ ਤੁਹਾਡਾ ਚੱਲ ਰਿਹਾ ਆ। ਧੰਨਵਾਦ ਜੀ। ਬੜੀ ਖੁਸ਼ੀ ਹੋਈ ਆ। ਬੱਚੀ ਜੋ ਦੇਖੋ ਇੰਨੇ ਮੈਡਲ ਜਿੱਤੇ ਉਹਨੇ ਜੀ। ਏਦਾਂ ਦੇ ਬੱਚੇ ਬਹੁਤ ਸਮਾਜ ਦੇ ਵਿੱਚ ਆ ਜੀ। ਤੇ ਸਾਡੇ ਲੋਕਾਂ ਦੇ ਵਿੱਚ ਸਮਝੋ ਤੁਸੀਂ ਪੈਸੇ ਦੀ ਕਮੀ, ਕੋਈ ਪੜ੍ਹਾ ਨਹੀਂ ਸਕਦਾ, ਸਾਡੇ ਸਾਹਮਣੇ ਨਹੀਂ ਆ ਰਹੀਆਂ ਚੀਜ਼ਾਂ, ਨਹੀਂ ਕਰ ਸਕਦਾ ਜੀ। ਤੇ ਗਵਰਨਮੈਂਟਾਂ ਕੁਛ ਕਰਦੀਆਂ ਨਹੀਂ ਗਈਆਂ, ਨਹੀਂ ਤਾਂ ਸਾਡੇ ਬੱਚੇ ਵੀ ਬਹੁਤ ਅੱਗੇ ਜਾ ਸਕਦੇ ਆ ਜੀ। ਤੇ ਬਹੁਤ ਖੁਸ਼ੀ ਦੀ ਗੱਲ ਆ ਜੀ। ਦੂਜੀ ਗੱਲ ਇਹ ਆ, ਅੱਜ ਦੇਖੋ ਉਹਨਾਂ ਨੇ ਆਪਣੇ ਆਪ ਕਿੱਦਾਂ ਉਹ ਕਰਦੇ ਨਿਆਣੇ ਬੱਚੇ ਵਿਚਾਰੇ ਬੈਠੇ ਸੀਗੇ। ਹਾਂਜੀ, ਦੇਖੋ ਉਹਨਾਂ ਨੇ ਫੇਰ ਵੀ ਅੱਜ ਜਿੱਤ ਪਾਈ ਆ, ਬੜੀ ਖੁਸ਼ੀ ਦੀ ਗੱਲ ਆ ਜੀ। ਤੇ ਕਹਿੰਦੇ ਹੱਕ ਅਖੇ ਮਿਲਦੇ ਨਹੀਂਗੇ, ਮੰਗਿਆ ਖੋਣੇ ਹੀ ਪੈਂਦੇ ਆ। ਕੁਛ ਨਾ ਕੁਛ ਕਰਨਾ ਹੀ ਪੈਂਦਾ ਜੇ ਸਾਡਾ ਸਮਾਜ ਜਾਗੂਗਾ ਜੀ, ਤੇ ਕੁਛ ਨਾ ਕੁਛ
ਮਿਲੂਗਾ ਹੀ ਜੀ ਤੇ ਕੁਛ ਗਵਰਨਮੈਂਟਾਂ ਨੂੰ ਵੀ ਪਤਾ ਲੱਗੂਗਾ ਹਾਂਜੀ ਵੀ ਇਹ ਵੀ ਲੋਕ ਹੁਣ ਜਾਗਦੇ ਆ, ਅੱਗੇ ਸੁੱਤੇ ਪਏ ਸੀ ਹੁਣ ਜਾਗਦੇ ਆ, ਇਹਨਾਂ ਨੂੰ ਵੀ ਪਤਾ ਲੱਗੀ ਜਾਂਦਾ ਆ ਜੀ। ਤੇ ਬਹੁਤ ਖੁਸ਼ੀ ਦੀ ਗੱਲ ਆ ਤੇ ਥੈਂਕ ਯੂ, ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ। ਧੰਨਵਾਦ ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਹੈ ਭੈਣ ਜੀ ਰਤੂ ਜੀ ਹਨ ਸਨ ਤੇ ਹੈਲੋ ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ ਭਾਜੀ। ਹਾਂਜੀ ਭੈਣ ਜੀ ਸਰਬਜੀਤ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਜੈ ਗੁਰਦੇਵ ਜੀ ਤੇ ਚੌਹਾਨ ਜੀ ਉਹਨਾਂ ਨੂੰ ਵੀ ਨਾਲ ਜਿਹੜੇ ਬੈਠੇ ਸਾਡੇ ਭਾਜੀ ਹੁਣੀ ਉਹਨਾਂ ਨੂੰ ਵੀ ਜੈ ਗੁਰਦੇਵ। ਧੰਨ ਗੁਰਦੇਵ ਹਾਂਜੀ ਕੀ ਕਹਿਣਾ ਚਾਹੁੰਦੇ? ਹਾਂਜੀ ਬੜਾ ਵਧੀਆ ਪ੍ਰੋਗਰਾਮ ਹੈ ਭਾਜੀ ਤੁਹਾਡਾ। ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਵੀਰ ਜਿਹੜੇ ਜਰਨੈਲ ਨੰਗਲ ਭਾਜੀ ਆ ਉਹਨਾਂ ਨੇ ਜਿਹੜਾ ਆਪਣਾ ਇੰਨਾ ਵਧੀਆ ਕਦਮ ਚੱਕਿਆ, ਅਸੀਂ ਉਹਨਾਂ ਨੂੰ ਵੀ ਵਧਾਈ ਦਿੰਨੇ ਆ। ਜਿੱਤ ਹੋਈ ਆ ਸਾਡੇ ਸਮਾਜ ਦੀ, ਜਿੱਤ ਹੋਈ ਆ। ਹੌਲੀ ਹੌਲੀ ਮਤਲਬ ਕਿ ਅਸੀਂ ਆਪਣੇ ਜਿੱਦਾਂ ਜਿਹੜੇ ਸਾਡੇ ਸੁਪਨੇ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਖਰੇ ਉਤਰਦੇ ਪਏ ਆ। ਔਰ ਨਾਲ ਹੀ ਸਾਡੀ ਬੱਚੀ ਜਿਹੜੀ ਹਿਮਾ ਦਾਸ ਆ ਉਹ ਵੀ ਅਸੀਂ, ਮੈਂ ਤਾਂ ਪੂਰੇ ਜਿੰਨਾ ਵੀ ਸਾਡਾ ਭਾਰਤ ਦੇਸ਼ ਦੀ ਧਰਤੀ ਤੇ ਆ ਸਾਡਾ ਸਮਾਜ, ਅਸੀਂ ਸਭ ਨੂੰ ਵਧਾਈ ਦਿੰਨੇ ਆ। ਦੇਖੋ ਇੱਕ ਇਕੱਲੀ ਬੱਚੀ ਨੇ ਸਾਡੀ ਨੇ ਸਾਡੇ ਭਾਰਤ ਦੇਸ਼ ਦਾ, ਸਾਡੇ ਸਮਾਜ ਦਾ ਐਡਾ ਨਾਮ ਉੱਚਾ ਕੀਤਾ। ਸਾਡਾ ਖੁਦ ਦਾ ਆਪਣਾ ਸਾਰਿਆਂ ਦਾ ਸਿਰ ਜਿਹੜਾ ਮਾਣ ਨਾਲ ਉੱਚਾ ਹੋਇਆ ਹਨਾ। ਤੇ ਬਾਕੀ ਆਜ਼ਾਦ ਟੀਵੀ ਦੇ ਰਾਹੀਂ ਸਾਨੂੰ ਏਦਾਂ ਦੀਆਂ ਵਧੀਆ ਖਬਰਾਂ ਸੁਣਨੇ ਨੂੰ ਮਿਲਦੀਆਂ ਆ, ਕੀ ਹੋ ਰਿਹਾ ਆ, ਮਤਲਬ ਕਿ ਅਸੀਂ ਸਮਾਜ ਵਾਸਤੇ ਕੀ ਕਰ ਰਹੇ ਆ, ਕੌਣ ਕਿੱਥੇ ਕੀ, ਸਾਨੂੰ ਪੂਰੀ ਖਬਰ ਮਿਲਦੀ ਹੈ ਆਜ਼ਾਦ ਟੀਵੀ ਦੇ ਰਾਹੀਂ। ਅਸੀਂ ਤੁਹਾਨੂੰ ਵੀ ਵਧਾਈ ਦਿੰਨੇ ਆ ਭਾਜੀ। ਧੰਨਵਾਦ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਓਕੇ ਹਾਂਜੀ ਹਾਂਜੀ ਸੌਰੀ ਮੇਰੇ ਖਿਆਲ ਡ੍ਰੌਪ ਕਾਲ ਹੋ ਗਈ। ਤੇ ਬੇਹਿੰਮਤੇ ਸ਼ਿਕਵੇ ਕਰਨ ਮੁਕੱਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਸੀਨੇ ਪਾੜ ਕੇ ਪੱਥਰਾਂ ਦੇ। ਉਹ ਬੱਚੀ ਜਿਹੜੀ ਆ ਉਸਨੇ ਜਾਣੀ ਵਾਕਿਆ ਹੀ ਕਮਾਲ ਕਰ ਦਿੱਤੀ ਹੈ ਬੱਚੀ ਸਾਡੀ ਨੇ, ਤੇ ਜਿਸ ਨੇ ਇਹਨੇ 골ਡ ਮੈਡਲ ਲਾਏ। ਹੈਲੋ ਜੈਕਦੇਵ ਜੀ। ਹੈਲੋ हेलो हेलो जयदेव जी। रमेश क्लियर साहब बोल रहे हैं सर? हाँ जी वीर जी कौन बोल रहे हैं जी? हाँ सर मैं पीएन रछुआ बोल रहा हूँ, जयपुर से आया हूँ इंडिया से। सर जी वेलकम है लंदन। हाँ थैंक यू सर, आपकी बड़ी याद आती है। आप पिछली बार भी प्रोग्राम आपने रखा, आपकी बहुत मेहरबानी रही। तो आज तो हम आपकी वेट करते करते पता चला कि आपकी सेहत नहीं ठीक है, इसलिए फिर हमने अगले हफ्ते का रखा प्रोग्राम आपका। हाँ अगले हफ्ते का तो बहुत अच्छा रहेगा, आपके दर्शन भी करूंगा। गौतम साहब से बात हो गई थी, मोंटी साहब से बात होगी, संडे वाला प्रोग्राम है। यू हैव बीन वेरी नाइस टू मी, वेरी काइंड टू मी। थैंक यू वेरी मच सर, बहुत बहुत आपका। हेलो हाँ जी हाँ जी हाँ जी जी आप आई कैन ओनली प्रे टू ऑलमाइटी गॉड फॉर योर लॉन्ग लाइफ, प्रॉस्परस लाइफ, एंड यू हैव बीन वेरी काइंड टू मी। Thank you, and the topic which I have taken is the first topic in the world on the military thoughts of Dr. Ambedkar and Chamar Regiment in Second World War. जी वो आप हम नेक्स्ट वीक जरूर सुनेंगे, आपके जो भी विचार है वो नेक्स्ट वीक में रखेंगे कि अभी अब आपने बता दिया तो नेक्स्ट वीक के लिए रहेगा नहीं हमारे पास कुछ। हाँ नहीं नेक्स्ट वीक जब भी आप कहेंगे धन्यवाद, थैंक यू वेरी मच सर, थैंक यू। ਇਹ ਸਨ ਪੀਆਰ ਰਸੋਇਆ ਜੀ ਜੋ ਭਾਰਤ ਦੇਸ਼ ਦੀ ਧਰਤੀ ਤੋਂ ਇਹ ਭਾਈ ਮੈਨੇ ਸੋਮਵਾਰ ਆਏ ਆ ਤੇ ਕੱਲ ਗੱਲਬਾਤ ਹੁੰਦੀ ਸੀ ਤੇ ਲੇਕਿਨ ਉਹਨਾਂ ਦੀ ਜਿਹੜੀ ਸਿਹਤ ਆ ਥੋੜੀ ਜਿਹੀ ਇਹ ਆਵਾਜਾਈ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਕਿ ਟਾਈਮ ਬਦਲੀ ਹੋ ਜਾਂਦੀ ਹੈ ਤੇ ਸਿਹਤ ਦੀ ਉਹਨਾਂ ਦੀ ਥੋੜੀ ਜਿਹੀ ਪ੍ਰੋਬਲਮ ਸੀ, ਇਸ ਕਰਕੇ ਅੱਜ ਉਹ ਆ ਨਹੀਂ ਸਕੇ। ਤਾਂ ਅਸੀਂ ਉਹਨਾਂ ਦਾ ਫਿਰ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਲ ਕਰਕੇ ਸਾਨੂੰ ਮਾਣ ਬਖਸ਼ਿਆ ਔਰ ਸਾਡੇ ਲਈ ਦੁਆ ਕੀਤੀ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਤਰ੍ਹਾਂ ਦੇ ਜਿਹੜੇ ਸਾਡੀ ਸਮਾਜ ਦੇ ਵਿੱਚ ਇਨਸਾਨ ਹੁੰਦੇ ਹਨ ਜਿਹੜੇ ਆਪਣੇ ਕੌਮ ਦੇ ਲਈ, ਆਪਣੇ ਸਮਾਜ ਦੇ ਲਈ, ਆਪਣੇ ਮਜ਼ਹਬ ਦੇ ਲਈ ਔਰ ਆਪਣੇ ਦੇਸ਼ ਲਈ ਕੰਮ ਕਰਦੇ ਹਨ ਤੇ ਸਾਡਾ ਸਿਰ ਉਹਨਾਂ ਦੇ ਅੱਗੇ ਸਦਾ ਹੀ ਝੁਕੇਗਾ, ਸਦਾ ਹੀ ਉਹਨਾਂ ਨੂੰ ਸਲੂਟ ਹੋਵੇਗੀ ਸਾਡੇ ਸਮਾਜ ਵੱਲੋਂ ਔਰ ਸਾਡੇ ਵੱਲੋਂ। ਤੇ ਇਸੇ ਤਰ੍ਹਾਂ ਹੀ ਆਪਣੀ ਕੌਮ ਲਈ, ਆਪਣੇ ਸਮਾਜ ਦੇ ਲਈ ਕੰਮ ਕਰਦੇ ਰਹਿਣ। ਤੇ ਹਾਂਜੀ ਚੌਹਾਨ ਜੀ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਵੀ ਕਿਸ ਤਰੀਕੇ ਦੇ ਨਾਲ ਜਦੋਂ ਜੋ ਵੀ ਸਾਡੇ ਭੈਣ ਭਰਾ ਇਹ ਸਾਡੇ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਹੁੰਗਾਰਾ ਭਰਦੇ ਹਨ। ਮੈਂ ਬਰਪੱਗਾ ਜੀ ਦੀ ਗੱਲ ਕਰ ਰਿਹਾ, ਉਹਨਾਂ ਨੇ ਜਦੋਂ ਪ੍ਰੋਗਰਾਮ ਦੇਖੇ ਉਹਨਾਂ ਨੇ ਇੱਕਦਮ ਕਿਹਾ ਵੀ ਤੁਹਾਡੇ ਪ੍ਰੋਗਰਾਮ ਨੂੰ ਸਾਡਾ ਦਿਲ ਕਰਦਾ ਕਿ ਸਪੋਰਟ ਕਰੀਏ। ਉਹਨਾਂ ਨੇ ਸਾਡੇ ਪ੍ਰੋਗਰਾਮ ਦੇਖ ਕੇ ਇੱਕਦਮ ਉਹਨਾਂ ਨੇ ਸਾਨੂੰ ਬਹੁਤ ਵਧੀਆ ਹੁੰਗਾਰਾ ਭਰਿਆ ਵੀ ਅਗਲੇ 2-3 ਪ੍ਰੋਗਰਾਮ ਜਿਹੜਾ ਉਹ ਵੀ ਉਸ ਨੂੰ ਇਹ ਅਸੀਂ ਮਦਦ ਭੇਜ ਰਹੇ ਮਦਦ ਕਰਨੇ ਸਪੋਰਟ ਕਰਨਗੇ। ਨਵੇਂ ਅਕਾਊਂਟ 'ਚ ਪਹਿਲੇ ਉਹਨਾਂ ਦੇ ਸਾਡੇ ਨਵੇਂ ਅਕਾਊਂਟ 'ਚ ਪਹਿਲਾ ਜਿਹੜਾ ਨਹੀਂ ਪਹਿਲਾਂ ਆ ਚੁੱਕਾ ਵੈਸੇ ਕਸ਼ਮੀਰੀ ਜੀ ਅੱਜ ਉਹ ਵਾਲੇ ਅਕਾਊਂਟ 'ਚ ਨਹੀਂ ਸੀ ਆਇਆ। ਅੱਛਾ ਅਕਾਊਂਟ 'ਚ ਨਹੀਂ, ਉਹ ਉਹਨਾਂ ਨੇ ਇੱਕ ਬਹੁਤ ਵਧੀਆ ਇੱਕ ਹੁੰਗਾਰਾ ਭਰਿਆ ਔਰ ਅੱਗੋਂ ਤੋਂ ਕਿਹਾ ਵੀ ਅਸੀਂ ਇਸੇ ਕਰਕੇ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਵੀ ਕਿਸ ਤਰ੍ਹਾਂ ਅਸੀਂ ਜਿੱਦਾਂ ਵੀ ਸਾਡੀ ਕੋਸ਼ਿਸ਼ ਹੈ ਜਿੰਨੀ ਵੀ ਅਸੀਂ ਇਸ ਨੂੰ ਅੱਗੇ ਲੈ ਕੇ ਜਾ ਸਕਦੇ ਅਸੀਂ ਲਿਆਵਾਂਗੇ। ਉਹਦੇ ਨਾਲ ਸਾਡੇ ਭੈਣਾਂ ਭਰਾਵਾਂ ਦਾ ਇੱਕ ਸ਼ਾਬਾਸ਼ ਹੈ, ਇੱਕ ਤੁਹਾਡੀ ਬਲੈਸਿੰਗ ਚਾਹੀਦੀ ਹੈ। ਅਸੀਂ ਰਲ ਮਿਲ ਕੇ ਜਿਸ ਤਰ੍ਹਾਂ ਅਸੀਂ ਅੱਜ ਦੇਖ ਲਓ ਆਪਣਾ ਜਿਹੜੀ ਉੱਥੇ ਸਾਡੀ ਇਹ ਗੱਲ ਚੱਲੀ ਹੈਗੀ ਆ, ਸਾਡੇ ਬੱਚਿਆਂ ਦੇ ਤਸ਼ੱਦਦ ਹੋ ਰਹੇ ਸਨ, ਸਾਡਾ ਉਹਨਾਂ ਦੇ ਵਜ਼ੀਫੇ ਬੰਦ ਕੀਤੇ ਗਏ, ਉਹਦੀ ਗੱਲ ਇੱਕਦਮ
ਤੁਸੀਂ ਇਹ ਦੇ ਲਓ ਜਿਹੜੀ ਇਹ ਗੱਲਬਾਤ ਹੋਣੀ 2-3 ਘੰਟੇ ਪਹਿਲਾਂ ਇੱਕਦਮ ਤੁਹਾਡੇ ਅਸੀਂ ਰੂਬਰੂ ਕਰ ਦਿੱਤੀ। ਇਸ ਦਾ ਸਾਡੀ ਕੋਸ਼ਿਸ਼ ਹੈ ਤੁਹਾਡੇ ਨਾਲ ਅਸੀਂ ਰਲ ਮਿਲ ਕੇ ਇੱਧਰ ਚੱਲਦੇ ਰਹੀਏ। ਤੁਸੀਂ ਸਾਨੂੰ ਇਹ ਆਪਣਾ ਥਾਪੜਾ ਬਣਾਈ ਰੱਖੋ ਤਾਂ ਕਿ ਅਸੀਂ ਅੱਗੇ ਵੱਧਦੇ ਜਾਈਏ। ਹਾਂਜੀ ਡਾਕਟਰ ਜੀ, ਹਿਮਾ ਦਾਸ ਦੇ ਬਾਰੇ ਗੱਲ ਕਰਦੇ ਸੀ, ਜੋ ਸਫ਼ਰ ਦੀ ਸ਼ੁਰੂਆਤ ਕਰਦੇ ਉਹ ਮੰਜ਼ਿਲ ਪਾ ਹੀ ਲੈਂਦੇ, ਬਸ ਇੱਕ ਵਾਰ ਚੱਲਣੇ ਦਾ ਹੌਸਲਾ ਹੋਣਾ ਜ਼ਰੂਰੀ ਹੈ। ਚੰਗੇ ਇਨਸਾਨों ਦਾ ਤਾਂ ਰਾस्ते भी इंतजार करते हैं। बिल्कुल सही कहा आपने। हिमा दास की जो सफलता है जी, ये बहुत ही सत्कारजोग और हमारे सारे राष्ट्रीय सेलिब्रेशन का मौका है जी। कि औरत को अगर मौका दिया जाए तो वो क्या कर सकती है जी। कल तक हमारे लिए गोल्ड मेडल और इंटरनेशनल खेलों में एक गोल्ड मेडल मिलना मुहाल था, लेकिन अभी ये लड़की, ये बच्ची 15 दिन में 4 गोल्ड मेडल ले आई है। और एक बहुत ही इंटरेस्टिंग वाकया मैंने फेसबुक पर सुना। फेसबुक पर एक पोस्ट वायरल हो रही है कि अब चौथा भी मेडल ले आई हिमा दास, कहाँ छुप गए तुलसीदास। अभी तुलसीदास जो थे, जो हिंदू बहुत बड़े फिलोसोफर माने जाते हैं, तुलसीदास ने स्त्रियों के बारे में कहा था कि ढोल गवार पशु शूद्र और नारी ताड़न के अधिकारी। अब ऐसा जो अब महिलाओं को दबाने का जहाँ धर्म नहीं बता दिया, सिखा दिया, उसके धर्म का कंट्रोल हटते ही और संविधान का कंट्रोल आते ही देखिए क्या चमत्कार हो रहे हैं कि कल तक जिनको ऐसा जो सिर्फ चूल्हा पैर की जुत्ती कहते थे, वो सोने के जूते पहन कर दौड़ रही हो आज वो। तो ये मुझे लगता है कि ये हमारे भारतीय समाज की सफलता का सब किस दी देन है। ये उन्हीं देखिए ना, पुरुष बाबा साहब डॉक्टर, यस बाबा साहब डॉक्टर, ये बाबा साहब ने अगर महिलाओं को अधिकार नहीं देते तो पुरुषों के समान और वैसी फैसिलिटीज और संविधान में उसका प्रावधान नहीं करते। अभी देखिए ना, मेरे एक मित्र है जो आदिवासी समाज के हैं, उन्होंने एक फिल्म निकाली है सोनचांद नाम की, उनका नाम है अभय खाखा। तो इन्होंने एक सोनचांद नाम की फिल्म निकाली है। नाम नहीं लेना प्लीज, सॉरी। वैसे बात ये मीडिया में ओपन है। ये मूवी एक असली घटना पर आधारित है, जिसमें एक आदिवासी कन्या जो धाविका बनना चाहती थी हिमा दास की तरह, तो आरएसएस के या उस जैसे पुरुष सत्ताक जो बैकवर्ड क्लास की, जो बैकवर्ड सोच रखने वाले लोगों ने उसकी टांगे काट दी ताकि वो दौड़ न सके, इंटरनेशनल लेवल पर ये नहीं कर सके। ये हकीकत है। और मैं तो ये समझूंगा कि हिमा दास वो जो ऋषि समूह से हुई या कलब्या से हुई, यही बात वो है। एब्सोल्युटली, वो इसका मतलब इतिहास वो दोबारा वही ये हकीकत बता रहा हूं मैं आपको। लेकिन हिमा दास कई मायनों में बहुत ही नसीबवान है, भाग्यशाली है कि बाबा साहब के जो बताए हुए जो रास्ते पर, और उसके माँ बाप का भी मैं धन्यवाद देना चाहूंगा कि उन्होंने अपने बच्चों को इस कदर बताया। वो दोनों बहुत ही गरीब घर से आती है वो, और इसके बावजूद शी हैज डन एक्सेल्ड इन हर फील्ड। सो कुडोस टू हर, कांग्रेचुलेशंस टू हर। थैंक यू वेरी मच डॉक्टर जी। चौहान जी, जिस तरह के ਆਪਾਂ ਪਹਿਲੇ ਜਿਹੜੀ ਆਪਾਂ ਪਹਿਲਾ ਟੌਪਿਕ ਸੀ ਉਸ ਦੇ ਉੱਤੇ ਚੱਲੀਏ ਦੁਬਾਰਾ ਫਿਰ, ਕਿ ਜਿਸ ਤਰ੍ਹਾਂ ਕਿ ਸਾਡੇ ਜਰਨੈਲ ਨੰਗਲ ਜੀ ਨੇ, ਉਹਨਾਂ ਦੇ ਸਾਥੀਆਂ ਨੇ, ਔਰ ਉੱਥੇ ਦੇ ਜਿੰਨੇ ਵੀ ਯੂਨੀਵਰਸਿਟੀ ਦੇ ਸਟੂਡੈਂਟ, ਸਾਡੀ ਕਮਿਊਨਿਟੀ ਦੇ ਸਟੂਡੈਂਟ ਸਨ ਜਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਸਟੂਡੈਂਟ ਸਨ, ਉਹ ਵੀ ਉਸ ਧਰਨਿਆਂ ਦੇ ਵਿੱਚ ਬੈਠੇ ਸਨ। ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਉਹਨਾਂ ਨੂੰ ਬਾਰ-ਬਾਰ ਯਾਦ ਕਰੀਏ, ਬਾਰ-ਬਾਰ ਸਲੂਟ ਕਰੀਏ। ਦੇਖੋ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੈਂ ਕੋਈ ਪਾਰਟੀ ਪੋਲੀਟੀਕਲ ਦੀ ਗੱਲ ਨਹੀਂ ਕਰ ਰਿਹਾ ਜੀ। ਅੱਜ ਸਾਨੂੰ ਇਹ ਚੀਜ਼ ਤੋਂ ਸਿੱਖਣਾ ਚਾਹੀਦਾ ਜੀ। ਜੋ ਜਰਨੈਲ ਨੰਗਲ ਨੇ ਇੱਕ ਪਾਰਟੀ ਤੋਂ ਬਗੈਰ ਵੀ ਕੰਮ ਕੀਤਾ ਜਾ ਸਕਦਾ ਨਹੀਂ, ਪਾਰਟੀ ਤੋਂ ਜੋ ਜਰਨੈਲ ਨੰਗਲ ਨੇ ਇਹ ਇੱਕ ਸਾਰਿਆਂ ਲਈ ਇੱਕ ਕੁਐਸਚਨ ਮਾਰਕ ਵਜੋਂ ਕਰ ਦਿੱਤਾ ਵੀ ਇਹੀ ਕਿਉਂ ਨਹੀਂ ਕਰ ਸਕਦੇ, ਸਾਰੇ ਕਰ ਸਕਦੇ। ਅੱਜ ਉਸ ਕਰਕੇ ਇਹ ਨਹੀਂ ਕਹਿ ਸਕਦੇ ਇਸ ਪਾਰਟੀ ਕਰਕੇ ਉਹ ਹੋਇਆ ਜਾਂ ਨਹੀਂ ਹੋਇਆ। ਅੱਜ ਪਾਰਟੀਆਂ ਤੋਂ ਉੱਪਰ ਉੱਠ ਕੇ ਜੋ ਸਾਡੇ ਸਮਾਜ ਵਿੱਚ ਇਹ ਤਸ਼ੱਦਦ ਹੋ ਰਹੇ ਹਨ, ਜੋ ਸਾਡੇ ਬੱਚਿਆਂ 'ਤੇ ਜ਼ੁਲਮ ਹੋ ਰਹੇ ਹਨ, ਉਹ ਅਸੀਂ ਇਹੋ ਜਿਹੇ ਕੰਮ ਜਿਹੜੇ ਕਿ ਸਾਡੇ ਬੱਚਿਆਂ 'ਤੇ ਬਹੁਤ ਹੋ ਰਹੇ ਹਨ, ਪਹਿਲਾਂ ਬਹੁਤ ਹੋਏ, ਕਿਸੇ ਵੀ ਪਾਰਟੀ ਨੇ, ਕਿਸੇ ਵੀ ਸੱਜਣ ਨੇ ਇਸ ਤਰੀਕੇ ਨਾਲ। ਇੱਕ ਮਜ਼ੇ ਦੀ ਗੱਲ ਹੈ ਕਿ ਉਸ ਨੇ ਭੁੱਖ ਹੜਤਾਲ ਕਰਕੇ ਇੱਕ ਚੈਲੰਜ ਕੀਤਾ ਵੀ ਮੈਂ ਜੇ ਸਾਡੇ ਤੇ ਜ਼ੁਲਮ ਹੋ ਰਿਹਾ ਉਹਨੂੰ ਮੈਂ ਆਪਣੇ ਨੂੰ ਹੰਗਰ ਸਟ੍ਰਾਈਕ ਕਰਕੇ ਇਹ ਚੀਜ਼ ਨੂੰ ਖਤਮ ਕਰਨਾ ਚਾਹੁੰਦਾ। ਉਹਦੇ ਨਾਲ ਇੱਕ ਜਿੰਨੇ ਵੀ ਸਾਡਾ ਸਮਾਜ ਸੀ ਉਹਦੇ ਨਾਲ ਇਹਦੇ ਵਿੱਚ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੇ ਵੀ ਲੋਕ ਭਲਾਈ ਵਿੱਚ ਇੱਕ ਹੁੰਗਾਰਾ ਭਰਨਾ ਚਾਹੇ ਕੋਈ ਵੀ ਪਾਰਟੀ ਹੈ, ਉਸ ਸਾਰੇ ਸੱਜਣ ਇਹ ਜਿਹੜੀ ਮੁਹਿੰਮ ਚੱਲੀ ਆ ਉਹਦੇ ਵਿੱਚ ਇਕੱਠੇ ਹੋ ਕੇ, ਚਾਹੇ ਕੋਈ ਵੀ ਪਾਰਟੀ ਹੈ, ਉਹਦੇ ਵਿੱਚੋਂ ਸਾਰੇ ਸੱਜਣ ਇਕੱਠੇ ਹੋ ਕੇ ਜਿਹੜੇ ਚਾਹੁੰਦੇ ਹਨ ਅਸੀਂ ਭਾਈਚਾਰਾ ਅੱਗੇ ਲਿਆਉਣਾ ਹੈ, ਅਸੀਂ ਆਪਣੇ ਬੱਚਿਆਂ ਦੀ ਸਪੋਰਟ ਕਰਨੀ ਹੈ, ਅਸੀਂ ਆਪਣੇ ਜਿੱਥੇ ਲੋੜ ਹੈ ਉੱਥੇ ਖੜੇ ਹੋਣਾ ਹੈ, ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ, ਉਹਨਾਂ ਸਾਰਿਆਂ ਨੂੰ ਅੱਗੇ ਹੋ ਕੇ ਇਸ ਜਿਹੜੀ ਲਹਿਰ ਚੱਲੀ ਹੈ, ਇਹ ਜਿਹੜੀ ਮੁਹਿੰਮ ਹੈ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਫਿਰ ਅਸੀਂ ਕਹਿ ਸਕਦੇ। ਹੈਲੋ ਜਗਦੇਵ ਜੀ।
हेलो, जय भीम, जय गुरुदेव। जय भीम, जय गुरुदेव। भाजी कौन ते कित्थों बोल रहे जी? मैं हरवंश विरदी बोल रहा। हाँ जी विरदी जी, हरवंश विरदी जी, ਪਹਿਲਾਂ ਤਾਂ ਤੁਸੀਂ ਸਿਹਤ ਦਾ ਦੱਸੋ, ਤੁਹਾਡੀ ਸਿਹਤ ਕਿੱਦਾਂ? ਫੋਨ ਤੇ ਤਾਂ ਕਰਕੇ ਪੁੱਛ ਨਹੀਂ ਹੁੰਦਾ। ਸਿਹਤ ਤੁਹਾਡੇ ਵਰਗੇ ਦੋਸਤਾਂ ਦੀ ਵੈਲ ਵਿਸ਼ੇਸ ਦੇ ਨਾਲ ਹਰ ਰੋਜ਼ ਬਹੁਤ ਅੱਛੀ ਤਰ੍ਹਾਂ ਇੰਪਰੂਵ ਹੋ ਰਹੀ ਆ। ਧੰਨਵਾਦ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਜਿਹੜਾ ਤੁਸੀਂ ਲੋਕਾਂ ਨੂੰ ਖਬਰ ਦੱਸੀ ਆ ਆਪਣੇ ਜਿਹੜੇ ਸਕਾਲਰਸ਼ਿਪ ਬੱਚਿਆਂ ਦੀ, ਉਹ ਬੜੀ ਹੀ ਅੱਛੀ ਗੱਲ ਆ ਜੀ। ਔਰ ਜਰਨੈਲ ਨੰਗਲ ਜਿਹੜੇ ਆ ਉਹ ਆਪਣੇ ਸਮਾਜ ਦੇ ਬੜੇ ਨਤੜਕ ਯੋਧੇ ਆ ਜੀ। ਚਾਹੇ ਉੱਥੇ ਪਹਿਲਾਂ ਰੇਹੜੀਆਂ ਵਾਲਿਆਂ ਦੇ ਕੋਲੋਂ ਪੈਸੇ ਲੈਣ ਲੱਗੇ ਸੀ, ਉਹ ਵੀ ਇन्हीं ਸਾਰਿਆਂ ਦੀਆਂ ਮਾਫ ਕਰਾਈਆਂ ਜੀ। ਔਰ ਇਹ ਹਰ ਸਾਲ ਮੋਰਚਾ ਲਾਉਣਾ ਪੈਂਦਾ ਜੀ। ਦੇਖੋ ਜਿਹੜੀ ਇੰਡੀਆ ਗਵਰਨਮੈਂਟ ਆ, ਬਿਰਦੀ ਜੀ ਤੁਹਾਨੂੰ ਪਤਾ ਜਦੋਂ ਸੰਵਿਧਾਨ, ਬਿਰਦੀ ਜੀ ਜਦੋਂ ਸੰਵਿਧਾਨ ਚੌਕ ਦਾ ਨਾਮ ਰੱਖਣਾ ਸੀ ਉਦੋਂ ਵੀ ਪ੍ਰੋਬਲਮ ਬੜਾ ਮੁਹਿੰਮ ਚਲਾਈ ਜੀ। ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਆ ਕਿ ਸਾਡੇ ਲੋਕਾਂ ਨੂੰ 100 ਸਾਲ ਪਹਿਲਾਂ ਪਿੱਛੇ ਧੱਕਣਾ ਜੀ। ਦੇਖੋ ਜਿਹੜਾ ਸੈਂਟਰ ਗਵਰਨਮੈਂਟ ਦਾ ਬਜਟ ਆਇਆ, ਹਾਂਜੀ, 42,000 ਕਰੋੜ ਜਿਹੜਾ ਕੁੰਭ ਦਾ ਮੇਲਾ ਆ ਉਹਨੂੰ ਦਿੱਤਾ ਜਾਂਦਾ ਜੀ। ਲੇਕਿਨ ਜਿਹੜਾ ਬੱਚਿਆਂ ਦੇ ਗਰੀਬ ਬੱਚਿਆਂ ਦੇ ਲਈ ਬਜਟ ਰੱਖਿਆ ਗਿਆ ਉਹ 400 ਕਰੋੜ ਸਿਰਫ ਜੀ। ਯਾਨੀ ਇੱਕ ਸਟੂਡੈਂਟ ਦੇ ਲਈ 10 ਰੁਪਏ ਆਉਂਦੇ ਆ ਜੀ। ਤੋਂ ਇੰਡੀਆ ਦੇ ਵਿੱਚ ਤਾਂ ਉਹਨਾਂ ਦੀ ਇਹ ਸਾਫ਼ ਨੀਤੀ ਆ ਕਿ ਜਿੱਥੇ ਅਸੀਂ ਬਾਬਾ ਸਾਹਿਬ ਤੋਂ ਪਹਿਲਾਂ ਸੀ ਉੱਥੇ ਸਾਨੂੰ ਨਹੀਂ ਟੱਕਣਾ ਜੀ। ਲੇਕਿਨ ਇਹ ਹੁਣ ਸਾਡੇ ਲੋਕਾਂ ਉੱਤੇ ਆ ਕਿ ਸੰਘਰਸ਼ ਕਰਕੇ ਜਿਹੜੇ ਬਾਬਾ ਸਾਹਿਬ ਨੇ ਸਾਨੂੰ ਕਨਸਟੀਟਿਊਸ਼ਨ ਦੇ ਵਿੱਚ ਹੱਕ ਲੈ ਕੇ ਦਿੱਤੇ ਆ ਉਹਨਾਂ ਨੂੰ ਬਰਕਰਾਰ ਰੱਖਣਾ ਜੀ। ਦੇਖੋ ਭਾਰਤ ਦੇ ਕਨਸਟੀਟਿਊਸ਼ਨ ਵਿੱਚ ਜਿਹੜੀ ਗਵਰਨਮੈਂਟ ਹੈ ਉਹਦੀ ਡਿਊਟੀ ਆ ਕਿ 14 ਸਾਲ ਤੱਕ ਹਰ ਬੱਚੀ ਨੂੰ ਮੁਫਤ ਐਜੂਕੇਸ਼ਨ ਦੇਣੀ। ਹਾਂ ਠੀਕ। ਲੇਕਿਨ ਇੱਕ ਥਾਣੇਦਾਰ 4-2 ਬੰਦੇ ਸਿਪਾਹੀਆਂ ਨੂੰ ਨਾਲ ਲੈ ਕੇ ਆ ਕੇ ਢਾਬੇ ਦੇ ਉੱਤੇ ਜੀ ਇੱਕ 9-10 ਸਾਲ ਦਾ ਬੱਚਾ ਉਹਨੂੰ ਕਹਿੰਦਾ ਕਾਕਾ 4 ਚਾਹ ਦੇ ਕੱਪ ਲੈ ਕੇ ਆ, ਉਹਨੂੰ ਨਹੀਂ ਪਤਾ ਕਿ ਬੱਚਾ 14 ਸਾਲ ਤੋਂ ਕਿੰਨੀ ਏਜ ਹੈ। ਹਾਂ ਠੀਕ, ਸਹੀ ਗੱਲ ਹੈ। ਯਾਨੀ ਇੱਕ ਜਿਹੜਾ ਕਾਨੂੰਨ ਦਾ ਰਖਵਾਲਾ ਆ ਉਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ, ਤਾਂ ਤੁਸੀਂ ਕੀ ਉਮੀਦ ਰੱਖ ਸਕਦੇ ਆ? ਆਪਾਂ ਨੂੰ ਪਤਾ ਯੂਕੇ ਦੇ ਵਿੱਚ ਜਾਂ ਤਾਂ ਕੋਈ ਜਿਹੜਾ ਸਕੂਲ ਜਾ ਅੰਡਰ ਏਜ ਨਹੀਂ ਕੰਮ ਕਰ ਸਕਦਾ, ਅੰਡਰ ਏਜ ਨਹੀਂ ਕੰਮ ਕਰ ਸਕਦਾ। ਠੀਕ ਹੈ ਜੀ। ਤੋਂ ਇਸ ਕਰਕੇ ਇੰਡੀਆ ਦੇ ਵਿੱਚ ਯਾਨੀ A ਤੋਂ ਲੈ ਕੇ Z ਤੱਕ ਸਾਰੇ ਇਹ ਚਾਹੁੰਦੇ ਆ ਕਿ ਸਾਡੇ ਲੋਕਾਂ ਨੂੰ ਜਿੱਥੇ ਆਪਾਂ ਸੀਗੇ ਪਹਿਲਾਂ ਉੱਥੇ ਪਹੁੰਚਾ ਦਿੱਤਾ ਜਾਵੇ। ਧੰਨਵਾਦ ਜੀ ਬਿਰਦੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਅਸੀਂ ਧੰਨਵਾਦ ਕਰਦੇ ਬਿਰਦੀ ਜੀ ਤੁਹਾਡਾ। ਤੇ ਇਸੇ ਤਰ੍ਹਾਂ ਤੁਸੀਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਰਾਹੇ ਬਗਾਹੇ ਤੇ ਤੁਸੀਂ ਜਦੋਂ ਮਰਜ਼ੀ ਟੀਵੀ ਦੇ ਉੱਤੇ ਪ੍ਰੋਗਰਾਮ ਕਰਨਾ ਆ ਸਕਦੇ ਹੋ। ਤੇ ਜ਼ਰੂਰੀ ਨਹੀਂ ਕਿ ਮੈਂ ਹੀ ਫੋਨ ਕਰਾਂ, ਤੁਸੀਂ ਵੀ ਫੋਨ ਕਰ ਸਕਦੇ ਹੋ। ਕੋਈ ਨਹੀਂ, ਪਹਿਲਾਂ ਸਿਹਤ ਆਪਣੀ ਦਾ ਖਿਆਲ ਕਰੋ। ਤੇ ਹਾਂਜੀ ਆਪਣੇ ਡਾਕਟਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ? ਜੋ ਜਿਸ ਤਰ੍ਹਾਂ ਬਿਰਦੀ ਜੀ ਹੁਣ ਵੀ ਗੱਲ ਕੀਤੀ ਆ, ਜਾਂ ਸਾਡੇ ਜਿੰਨੇ ਵੀ ਕਾਲਰ ਆਉਂਦੇ ਆ ਜਾਂ ਨਹੀਂ ਵੀ ਕਾਲਰਾਂ ਨੇ ਕਾਲ ਕੀਤੀ, ਜਾਂ ਸਾਨੂੰ ਪਹਿਲਾਂ ਵੀ ਆਪਣੇ ਆਪ ਨੂੰ ਵੀ ਪਤਾ ਆ ਜੋ ਸਾਡੇ ਸਮਾਜ ਦੇ ਉੱਤੇ ਧੱਕਾਸ਼ਾਹੀ ਹੁੰਦੀ, ਜਿਸ ਤਰ੍ਹਾਂ ਕਿ ਸੰਵਿਧਾਨਿਕ ਚੌਂਕ ਰੱਖਣਾ ਜੀ ਬਾਬਾ ਸਾਹਿਬ ਜਿਹੜਾ ਫਗਵਾੜੇ ਦੇ ਵਿੱਚ, ਉਸ ਵੇਲੇ ਵੀ ਸਾਡਾ ਬੋਬੀ ਮੁੰਡੇ ने जो बच्चा आया उसने अपनी कुर्बानी दी। देखिए विरदी साहब ने बहुत ही अहम बात कही और मैं आपने जो बताई उस पर मैं टच करते हुए आगे ले जाना चाहूँगा कि मेरा मैसेज है उन सारे बहुजन समाज के लोगों से, जिसमें ख़ास तौर पर ओबीसी और एससी में के जो गैर अम्बेडकरवादी लोग जो है उन लोगों से, कि उन्हें अम्बेडकरवादी एससी कम्युनिटी से एक सबक सीखना चाहिए, उनसे एक आदर्श लेना चाहिए। देखिए जो जर्नैल नंगल की जो घटना है वो कोई आम घटना नहीं है। अम्बेडकरी समाज और हमारे जो कम्युनिटी के लोग हैं वो शिक्षा के अधिकार के लिए आगे आ रहे हैं। जहां भारत सरकार जो उसके सारे अभी जो हाल में जो बजट हुआ है तो हमारे पूरे राष्ट्रीय इनकम के सिर्फ 3%, 3.5% पैसा उन्होंने एजुकेशन के लिए अलॉट किया है। और ये अभी की बात नहीं है, जब से हम आज़ाद हुए हैं तब से भारत के जो शासक जातियाँ रही है, भारत के जो हुक्मरान रहे हैं, जो शासक जातियों से या ऊंची जातियों से सो कॉल्ड आते हैं, तो उन लोगों ने ये कोशिश की है कि आम आवाम भारत के SC ST OBC ना पढ़ सके, उनमें तरक्की ना हो। और ये नोबेल लॉरेट जो है अमर्त्य सेन, वो भी उनकी किताब में लिखते हैं कि एक प्रकार की राजनीतिक अनिच्छा दिखाई दी गई है। अब ये राजनीतिक अनिच्छा के चलते जहां साउथ अफ्रीका जैसे देश है वो अपने राष्ट्रीय बजट के 8% पैसा पढ़ाई पर, शिक्षा पर लगाते हैं ताकि उनके राष्ट्रीय जीवन और राष्ट्रीय मुख्यधारा में लोग शामिल हो। वहां भारत जैसा देश जो खुद को, भारत के लोग खुद को बहुत बड़े हाई रिगार्ड में देखते हैं, कहते हैं हम विश्वगुरु है, हम ही ने सारी चीज़ें खोज कर निकाली है, अंग्रेजों ने सारी चीज़ें हमसे चुराई है। और ये ऐसे कहने वाले हमारे सो कॉल्ड ये महा बेवकूफ़ लोग ये हमारे राष्ट्रीय बजट में सारे एजुकेशन के लिए, सारे देश के जहां हमारी 1.25 अरब से ज़्यादा हमारी जो अरब से ज़्यादा हमारी जो लोक संख्या है उसके लिए सिर्फ
3% राष्ट्रीय बजट का पैसा दिया गया है। ये शर्म की बात है। जो हमारे हुक्मरान हैं, जो पॉलिसी मेकर्स है और जो लोग शासक जातियों के सत्ता पर बैठे हैं, उनके लिए शर्म से डूबने वाली बात है। उन्होंने इस बात को तवज्जो देकर शिक्षा का बजट बनाना चाहिए ताकि हमारे लोग SC ST OBC लोग पढ़े और आगे बढ़े। डॉक्टर जी गल ਤਾਂ ਇਹ ਹੈ ਜਿੱਥੇ ਹੋਵੇ ਕਮਲਾ ਉਹਨੂੰ ਸਮਝਾਵੇ ਵਿਹੜਾ, ਜਿੱਥੇ ਵਿਹੜਾ ਹੋਵੇ ਕਮਲਾ ਉਹਨੂੰ ਸਮਝਾਵੇ ਕਿਹੜਾ, ਉਹਨੂੰ ਸਮਝਾਵੇ ਕਿਹੜਾ। ਜੇ ਤਾਂ ਇੱਕ ਅੱਧਾ ਕਮਲਾ ਹੋਵੇ ਤਾਂ ਉਹਨੂੰ ਕੋਈ ਸਮਝਾ ਦੇ, ਜਿੱਥੇ सारा है ਵਿਹੜਾ ही कमला तो ਉਹਨੂੰ समझाओ। सही, इसीलिए ना, इसीलिए जहाँ देखिए ना, इसलिए जर्नैल नंगल की जो घटना है ये इट इज एन आई ओपनर, जहाँ सारे लोग श्री राम के लिए और देवता के लिए मंदिर के लिए लड़ रहे हैं। कहना चाहते हो? हाँ जी चौहान जी देखो ਇਹਦੇ ਵਿੱਚ ਜੀ ਇਹ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ, ਇਹ ਇੱਕ ਬਿਲਕੁਲ ਸੋਚ ਕੇ ਸਮਝੇ ਸਾਜ਼ਿਸ਼ਾਂ, ਹਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਇਹਦੇ ਵਿੱਚ। ਜਿੱਦਾਂ ਕਿਉਂਕਿ ਸਾਰਿਆਂ ਨੂੰ ਪਤਾ, ਜਿੱਦਾਂ ਇਹ ਸਮਾਜ ਦੇ ਵਿੱਚ ਜਾਗਰਤੀ ਆ ਰਹੀ ਹੈ, ਬੱਚੇ ਪੜ੍ਹ ਲਿਖ ਕੇ ਉੱਪਰ ਜਾ ਰਹੇ ਹਨ, ਸੋਹਣੀਆਂ ਸ਼ੋਭਾ ਜੋਬਾਂ 'ਤੇ ਜਾ ਰਹੇ ਹਨ, ਉਹਨੂੰ ਉਹ ਕਹਿੰਦੇ ਆ ਨਾ ਵੀ ਜਿਹੜੇ ਸਮਾਜ ਨੂੰ ਤੁਸੀਂ ਖਤਮ ਕਰਨਾ ਹੋਵੇ ਨਾ, ਉਹਦੀ ਤੁਸੀਂ ਜਿਹੜੀ ਹੈ ਨਾ ਉਹਦੀ ਪ੍ਰੋਗਰੈਸ ਨੂੰ ਖਤਮ ਕਰ, ਉਹਦੀ ਐਜੂਕੇਸ਼ਨ ਨੂੰ ਖਤਮ ਕਰ ਦਿਓ। ਜਿੰਨਾ ਚਿਰ ਐਜੂਕੇਸ਼ਨ ਦੇ ਨਾਲ ਜਾਗਰਤ ਹੁੰਦੀ, ਬਾਬਾ ਸਾਹਿਬ ਨੇ ਕਿਹਾ ਸੀ ਵੀ ਇਹ ਜਿਹੜੀ ਕਿ ਉਹਨਾਂ ਨੇ ਇੱਕ ਕਿਹਾ ਸੀ ਵੀ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਪੜ੍ਹੋ ਲਿਖੋ ਅਤੇ ਨਾਲ ਸੰਘਰਸ਼ ਕਰੋ, ਕਿਉਂਕਿ ਉਹਨਾਂ ਨੂੰ ਪਤਾ ਵੀ ਅੱਜ ਇਸ ਕੌਮ ਦੇ ਵਿੱਚ ਜਾਗਰਤੀ ਆ ਗਈ ਹੈ। ਜਾਗਰਤੀ ਕਿਉਂ ਆ ਰਹੀ ਹੈ? ਕਿ ਉਹ ਬੱਚਿਆਂ ਨੰਬਰ 2 ਤੇ ਇਹਨਾਂ ਨੂੰ ਪ੍ਰੋਬਲਮ ਇਹ ਆ ਰਹੀ ਆ ਵੀ ਇਹ ਜਿਹੜੀ ਕਿ ਸਾਡੇ ਵਜ਼ੀਫਿਆਂ 'ਤੇ ਜਾਂ ਸਾਡੀ ਸਕੋਲਰਸ਼ਿਪ 'ਤੇ ਇਹਦੇ ਨਾਲ ਹੀ ਅੱਗੇ ਜਾ ਰਹੇ ਹਨ। ਪਹਿਲੀ ਗੱਲ, ਇੱਕ ਬੁਨਿਆਦੀ ਅਧਿਕਾਰ ਦਿੱਤਾ ਗਿਆ ਵੀ ਕਿਸ ਤਰੀਕੇ ਨਾਲ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਗਰੀਬੀ ਖਤਮ ਕਰਨੀ ਹੈ, ਅਸੀਂ ਇਹ ਕੁਝ ਕਰਨਾ ਹੈ, ਪਰ ਗਰੀਬੀ ਖਤਮ ਕਿੱਦਾਂ ਹੋ ਸਕਦੀ ਹੈ? ਇਸ ਕਰਕੇ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਬੜੇ ਨਾਅਰੇ ਲਾਉਂਦੇ ਸੀ, ਬੜਾ ਕਹਿੰਦੇ ਸੀ ਅਸੀਂ ਸਮਾਜ ਨੂੰ ਇਹ ਕਰਨਾ ਹੈ। ਜਦੋਂ ਸਾਰਾ ਕੁਝ ਹੋ ਗਿਆ, ਅੱਜ ਇਹੀ ਆ। ਅੱਜ ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ। ਇਸ ਕਰਕੇ ਜਿਹੜਾ ਕਿ ਅੱਜ ਜੋ ਇਹ ਵਧੀਆ ਗੱਲ ਸਾਡੇ ਸਾਹਮਣੇ ਆਈ ਹੈ, ਇਸ ਕਰਕੇ ਇਹਦਾ ਰਿਜ਼ਲਟ ਇਹੀ ਆ। ਹੱਲਾ ਬੋਲਣ ਵਾਲੀ ਗੱਲ ਹੈ। ਹੱਲਾ ਬੋਲ ਬੰਦਾ ਕੋਈ ਇਕੱਲਾ ਹੱਲਾ ਨਹੀਂ ਬੋਲ ਸਕਦਾ ਜੀ। ਤੁਹਾਨੂੰ ਪਤਾ ਵੀ ਪਿੱਛੇ ਜੇ ਗੱਲ ਸੀਗੀ, ਹੱਲਾ ਬੋਲਣ ਵਾਲੀ ਗੱਲ ਆ, ਰਲ ਮਿਲ ਕੇ ਜਿੰਨਾ ਚਿਰ ਹਮਲਾ ਨਹੀਂ ਮਾਰਾਂਗੇ ਤੇ ਸਰਕਾਰਾਂ ਦੇ ਕੰਮ ਤੇ ਧੰਨਵਾਦ ਜੀ ਚੌਹਾਨ ਜੀ। ਤੇ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਕਿ ਮਨੋਜ ਕੁਮਾਰ ਪ੍ਰਵੱਗਾ ਜੀ ਦੇ ਪਰਿਵਾਰ ਵੱਲੋਂ ਸਾਡੇ ਜਿਹੜੇ 2 ਪ੍ਰੋਗਰਾਮ ਆ ਉਹਨਾਂ ਨੇ ਪਿਆਰ ਸਾਨੂੰ ਭੇਜਿਆ ਸੀ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਰਮੇਸ਼ ਲੱਦੜ ਜੀ ਦਾ 50ਵਾਂ ਜਨਮ ਦਿਨ ਹੈ ਅਗਲੇ ਹਫ਼ਤੇ 27 ਤਰੀਕ ਨੂੰ, ਉੱਥੇ ਵੀ ਕਵਰੇਜ ਜਿਹੜੀ ਕੀਤੀ ਜਾਵੇਗੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ 50ਵੀਂ ਗੋਲਡਨ ਜੁਬਲੀ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵੱਲੋਂ 21 ਤਰੀਕ ਨੂੰ ਮਨਾਈ ਜਾ ਰਹੀ ਹੈ। ਜਿਨ੍ਹਾਂ ਨੂੰ ਸੱਦੇ ਪੱਤਰ ਆਏ ਆ ਜਾਂ ਜਿਨ੍ਹਾਂ ਨੇ ਵੀ ਉੱਥੇ ਜਾ ਕੇ ਜਾਣਾ ਹੋਵੇ, ਉਹ ਟਿਕਟਾਂ ਉੱਥੇ ਤੁਹਾਡੇ ਕੋਲ ਉਹਨਾਂ ਦੀਆਂ ਰੱਖੀਆਂ ਆ। ਉਹਨੇ ਥੋੜ੍ਹੀ ਜਿਹੀ ਕੋਸਟ ਰੱਖੀ ਆ ਕਿ ਸਾਰਾ ਕੁਝ ਖਾਣ ਪੀਣ ਦਾ ਪ੍ਰਬੰਧ DJ ਚੱਲੇਗਾ ਉੱਥੇ, ਤੇ ਸਾਡਾ ਫਰਜ਼ ਬਣਦਾ ਉੱਥੇ ਰੌਣਕ ਦੇ ਵਿੱਚ ਜਾ ਕੇ ਵਧਾਈਏ। ਜਰਨੈਲ ਨੰਗਲ ਦੇ ਬਾਰੇ 2 ਲਾਈਨਾਂ ਜ਼ਰੂਰ ਹਨ, ਦੀਪਕ ਜਤੋਈ ਦੀਆਂ ਲਿਖੀਆਂ ਹੋਈਆਂ ਹਨ। ਰਾਈਆ ਤੂੰ ਰੁਕ ਨਾ, ਨਿੱਤ ਦੇ ਮੁਸਾਫਰ ਨਿਰਾਸ਼ ਦੇ ਕਰੀਬ ਟੁੱਕਦੇ ਨਹੀਂ ਹੁੰਦੇ। ਇਹ ਸੂਰਜ ਚੰਦਾ ਹਵਾ ਤੇ ਸਿਤਾਰੇ ਸਦਾ ਚੱਲਦੇ ਰਹਿੰਦੇ, ਰੁਕਦੇ ਨਹੀਂ ਹੁੰਦੇ। ਪਹਾੜਾਂ ਦੀ ਛਾਤੀ ਛਾਨਣੀ ਕਰਕੇ ਜੋ ਸੋਮੇ ਨਿਕਲਦੇ ਹੁੰਦੇ, ਉਹ ਸੁੱਕਦੇ ਨਹੀਂ ਹੁੰਦੇ। ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੁੰਦੀ ਹੈ, ਉਹ ਦੁਨੀਆ ਝੁਕਾਉਂਦੇ ਝੁਕਦੇ ਨਹੀਂ ਹੁੰਦੇ। ਇਹ ਸਾਡੇ ਜਰਨੈਲ ਨੰਗਲ ਜੀ ਉਹਨਾਂ ਦੇ ਲਈ ਦੀਪਕ ਜਤੋਈ ਜੀ ਦੀ ਜਿਹੜੀ ਟੁੱਕਦੀ ਆ ਕਿ ਉਸ ਇਨਸਾਨ ਨੇ ਉਸਨੇ ਅੱਜ ਤੋਂ 15-20 ਦਿਨ ਤੋਂ ਪਹਿਲਾਂ ਤੋਂ ਇਸ ਚੀਜ਼ ਨੂੰ ਚੁੱਕਿਆ ਸੀ, ਪ੍ਰੋਟੈਸਟ ਕੀਤੇ, ਲੇਕਿਨ ਉਹਨਾਂ ਦੀ ਬਾਹ ਪੇਸ਼ ਨਹੀਂ ਚੱਲੀ। ਉਸ ਤੋਂ ਬਾਅਦ ਉਹਨਾਂ ਨੇ ਜੋ ਕੰਮ ਕੀਤਾ ਉਹ ਮਰਨ ਵਰਤ ਰੱਖ ਕੇ, ਹੰਗਰ ਸਟ੍ਰਾਈਕ ਕਰਕੇ, ਜੋ ਉਸਦੇ ਉਹਨਾਂ ਦੇ ਸਾਥੀਆਂ ਨੇ ਜਾਂ ਸਾਧੂ ਸਮਾਜ ਦੇ ਸਾਡੇ ਮਹਾਂਪੁਰਸ਼ਾਂ ਨੇ ਤੇ ਸੰਤ 108 ਸੰਤ ਪ੍ਰਧਾਨ ਜੋ ਹਨ, ਉਹਨਾਂ ਦੇ ਸੰਤ ਕੁਲਵੰਤ ਰਾਮ ਪਰੋ ਮਜਾਰਾ ਜੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਜਰਨੈਲ ਨੰਗਲ ਦਾ ਵੀ ਧੰਨਵਾਦ ਕਰਦੇ ਹਾਂ। ਆਜ਼ਾਦ TV ਦੀ ਜਿਹੜੀ ਟੀਮ ਹੈ ਇੰਡੀਆ ਦੇ ਵਿੱਚ, ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ। ਦਿਨ ਰਾਤ ਇੱਕ ਕਰ ਰਹੇ ਹਨ ਤੇ ਪ੍ਰਮਾਤਮਾ ਉਹਨਾਂ ਨੂੰ ਇਸ ਤਰ੍ਹਾਂ ਹੀ ਤੰਦਰੁਸਤੀ ਬਖਸ਼ੇ। ਤੇ ਅਸੀਂ ਇੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿਨ੍ਹਾਂ ਦੀਆਂ ਕਾਲਾਂ ਨਹੀਂ ਲੈ ਸਕੇ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ। ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਰੱਬ ਰੱਖਾ, ਜਿੰਦੇ ਰਹੇ ਤਾਂ ਫਿਰ ਮਿਲਾਂਗੇ। ਜੈ ਗੁਰਦੇਵ, ਧੰਨ ਗੁਰਦੇਵ।